ਪਾਣੀ ਨੂੰ ਦੇਖਦੇ ਹੋਏ ਕਿਸਾਨਾਂ ਦੇ ਕੋਲ ਝੋਨੇ ਦਾ ਕੋਈ ਬਦਲ ਹੈ ਜਾਂ ਨਹੀਂ ਹੈ? ਅੱਜ ਤੋਂ 10 ਸਾਲ ਬਾਅਦ, 15 ਸਾਲ ਬਾਅਦ, 20 ਸਾਲ ਬਾਅਦ ਜਦੋਂ ਗਰਾਊਂਡ ਲੈਵਲ ਵਾਟਰ ਸਾਡਾ ਬਹੁਤ ਹੇਠਾਂ ਚਲਾ ਜਾਏਗਾ, ਆਲਰੇਡੀ ਬਹੁਤ ਨੀਚੇ ਚਲਾ ਗਿਆ ਹੈ, ਤਾਂ ਫਿਰ ਅਸੀਂ ਝੋਨਾ ਕਿਵੇਂ ਲਗਾਵਾਂਗੇ? ਜੇ ਝੋਨਾ ਨਹੀਂ ਲਗਾਵਾਂਗੇ ਤਾਂ ਫਿਰ ਕੀ ਕਰਾਂਗੇ, ਕੀ ਲਗਾਵਾਂਗੇ? ਐਮਐਸਪੀ ਤਾਂ ਇਸ ਦੀ ਮਿਲ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਗੱਲ ਕਰਾਂਗੇ ਕਿ ਜੇਕਰ ਕਿਸਾਨਾਂ ਨੇ ਝੋਨਾ ਲਗਾਉਣਾ ਛੱਡ ਦਿੱਤਾ ਤਾਂ ਫਿਰ ਦੇਸ਼ ਦਾ ਅੰਨ ਭੰਡਾਰ ਕਿਵੇਂ ਭਰੇਗਾ? ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਹਰ ਕੋਈ ਕਹਿੰਦਾ ਕਣਕ ਝੋਨਾ, ਕਣਕ ਝੋਨਾ, ਕਣਕ ਝੋਨਾ। ਪੰਜਾਬ ਦਾ ਢਿੱਡ ਭਰਦਾ ਪੂਰੇ ਦੇਸ਼ ਦਾ ਕਿ ਜੇਕਰ ਅੱਜ ਕਣਕ ਜਾਂ ਝੋਨਾ ਲਗਾਉਣਾ ਬੰਦ ਕਰ ਦਈਏ। ਚਾਵਲਾਂ ਦਾ ਰੇਟ ਦੇਖੋ ਅੱਜ ਕੀ ਹੈ, 50 ਰੁਪਏ, 60 ਰੁਪਏ, 70 ਰੁਪਏ ਇਹ ਆਮ ਚਾਵਲ ਮਿਲਦੇ ਨੇ। 100 ਰੁਪਏ ਮਿਲਦਾ ਵਧੀਆ ਚਾਵਲ, 120 ਰੁਪਏ, 150 ਰੁਪਏ। ਸੋਚ ਕੇ ਦੇਖੋ ਕਿ ਪੰਜਾਬ ਦੇ ਕਿਸਾਨ ਝੋਨਾ ਲਗਾਉਣਾ ਛੱਡ ਦੇਣ, ਬਾਸਮਤੀ ਲਗਾਉਣੀ ਛੱਡ ਦੇਣ, ਇਹ 200 ਰੁਪਏ ਕਿਲੋ ਵਿਕੂਗਾ ਆਮ ਚਾਵਲ, ਜਿਹੜਾ ਸਾਨੂੰ ਅੱਜ 30 ਰੁਪਏ, 40 ਰੁਪਏ, 45 ਰੁਪਏ ਮਿਲਦਾ ਹੈ। ਇਹ ਇੱਕ ਪ੍ਰੈਕਟੀਕਲ ਗੱਲ ਹੈ, ਸੋਚ ਕੇ ਜ਼ਰੂਰ ਸਰਕਾਰਾਂ ਨੂੰ ਵੀ ਦੇਖਣਾ ਹੋਏਗਾ। ਅਸੀਂ ਗੱਲ ਇਹ ਵੀ ਕਰਾਂਗੇ ਕਿ ਕਿਹੜੀਆਂ ਉਹ ਫਸਲਾਂ ਨੇ ਜੋ ਝੋਨੇ ਦੀ ਥਾਂ ਲੈ ਸਕਦੀਆਂ ਨੇ, ਕਣਕ ਝੋਨੇ ਦੇ ਚੱਕਰ ਚੋਂ ਕੱਢਣ ਦੇ ਲਈ ਕਿਸਾਨਾਂ ਨੂੰ ਉਹ ਬਦਲ ਦੇ ਤੌਰ ਦੇ ਉੱਤੇ ਦੇ ਸਕਦੀਆਂ ਨੇ, ਤੇ ਖੇਤੀ ਵਿਭਿੰਨਤਾ ਦਾ ਜਿਹੜਾ ਮਾਡਲ ਜਿਸ ਦਾ ਜ਼ਿਕਰ ਕੀਤਾ ਜਾਂਦਾ ਹੈ ਉਹ ਕਿਵੇਂ ਕਾਮਯਾਬ ਹੋਵੇਗਾ। ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ। ਤੇ ਇਸ ਦੇ ਨਾਲ ਹੀ ਜੋ ਅਸੀਂ ਆਪਣੇ ਦਰਸ਼ਕਾਂ ਤੋਂ ਸਵਾਲ ਕਰਦੇ ਹਾਂ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖ ਦਵਾਂ, ਉਸ ਦੇ ਉੱਤੇ ਵੀ ਤੁਹਾਡੀ ਰਾਏ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਉਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਜਵਾਬ ਸਾਡੇ ਤੱਕ ਜ਼ਰੂਰ ਭੇਜੋ। ਸਵਾਲ ਹੈ ਕਿ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਕੱਢਣ ਦੇ ਲਈ ਸਰਕਾਰਾਂ ਨੇ ਕਿਸਾਨਾਂ ਦਾ ਸਾਥ ਦਿੱਤਾ? ਇਹ ਸਾਡਾ ਸਵਾਲ ਹੈ ਅੱਜ ਦਾ। ਤੁਹਾਨੂੰ ਲੱਗਦਾ ਕਿ ਕਿਸਾਨਾਂ ਨੇ ਕਿਹਾ ਕਿ ਸਾਨੂੰ ਦਿੱਕਤ ਹੈ ਜੀ, ਸਾਨੂੰ ਤੁਸੀਂ ਲਿਆ ਕੇ ਦੇਵੋ ਕੋਈ ਮਸ਼ੀਨਰੀ, ਜਾਂ ਸਾਨੂੰ ਦੱਸੋ, ਜਾਂ ਸਾਡੀ ਫਸਲ ਖਰੀਦ ਲਓ? ਅਸੀਂ ਮੱਕੀ ਲਗਾ ਦਿੱਤੀ, ਅਸੀਂ ਨਰਮਾ ਬੀਜਤਾ, ਅਸੀਂ ਕਿਨੂਆਂ ਦੇ ਬਾਗ ਲਗਾ ਦਿੱਤੇ, ਅਸੀਂ ਨਰਮੇ ਨੂੰ ਲਿਆ ਕੇ ਮੰਡੀਆਂ ਦੇ ਵਿੱਚ ਸੁੱਟ ਦਿੱਤਾ, ਜਾਂ ਅਸੀਂ ਮੱਕੀ ਦੀ, ਮੂੰਗੀ ਦੀ ਜਾਂ ਦਾਲਾਂ ਦੀ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ। ਖਰੀਦੋ। ਕਿ ਇਹ ਸਭ ਕੁਝ ਕਰਨ ਦੇ ਲਈ, ਇਹਨਾਂ ਦੀ ਖਰੀਦ ਦੇ ਲਈ ਕਿਸਾਨਾਂ ਦਾ ਸਾਥ ਸਰਕਾਰਾਂ ਨੇ ਦਿੱਤਾ? ਇਹ ਸਵਾਲ ਹੈ। ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਭੇਜੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਕਿਸਾਨਾਂ ਦਾ ਸਰਕਾਰ ਨੇ ਸਾਥ ਦਿੱਤਾ ਹੈ ਤਾਂ ਯੈਸ ਟਾਈਪ ਕਰੋ। ਯੈਸ ਦੇ ਲਈ ਤੁਹਾਨੂੰ ਲਿਖਣਾ ਹੋਏਗਾ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਸਰਕਾਰਾਂ ਨੇ ਕੋਈ ਸਾਥ ਨਹੀਂ ਦਿੱਤਾ, ਇਸ ਕਰਕੇ ਕਿਸਾਨ ਫਸਿਆ ਹੋਇਆ ਹੈ ਇਸ ਪੂਰੇ ਚੱਕਰ ਦੇ ਵਿੱਚ, ਤਾਂ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N, ਤੇ ਇਸ ਨੂੰ ਭੇਜ ਦਿਓ 5667 ਦੇ ਉੱਤੇ, 56677 ਦੇ ਉੱਤੇ, ਤੇ ਤੁਹਾਡੀ ਰਾਏ ਅਸੀਂ ਐਂਡ ਦੇ ਵਿੱਚ, ਇਸ ਬੁਲੇਟਿਨ ਦੇ ਆਖਿਰ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਜੋੜੀਏ ਜੋ ਸਿੱਧੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ। ਤੁਸੀਂ ਪਿੰਡ ਦੇ ਵਿੱਚ ਬੈਠੇ ਹੋ, ਆਪਣੇ ਘਰ 'ਚ ਬੈਠੇ ਹੋ, ਇਸ ਸਮੇਂ ਜੇ ਸਾਡੇ ਇਸ ਸ਼ੋਅ ਨੂੰ ਦੇਖ ਰਹੇ ਹੋ ਤਾਂ ਜ਼ਰੂਰ SMS ਦੇ ਜ਼ਰੀਏ ਆਪਣੀ ਰਾਏ ਭੇਜੋ। ਤੇ ਅੱਜ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਡੀਆਂ ਫੋਨ ਕਾਲਸ ਵੀ ਲੈ ਸਕਾਂ। ਤੁਹਾਡਾ ਕੀ ਪੱਖ ਹੈ, ਤੁਹਾਡੀ ਕੀ ਰਾਏ ਹੈ, ਤੁਸੀਂ ਆਪਣਾ ਫੋਨ ਚੁੱਕੋ, ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜ਼ਰੂਰ ਆਪਣਾ ਨੰਬਰ ਘੁਮਾਇਓ, ਉਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਨੰਬਰ ਅਸੀਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਲਗਾਤਾਰ ਫਲੈਸ਼ ਕਰ ਰਹੇ ਹਾਂ। ਤੇ ਇਹ ਸਵਾਲ ਨੇ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਹਿਮਾਨ ਕੁਝ ਸਾਡੇ ਨਾਲ ਜੁੜਨਗੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਸ਼ੁਰੂਆਤ ਕਰਦਾ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਣਾ ਹੈ ਸਾਡੇ ਨਾਲ ਜਿਹੜੇ ਅੱਜ ਮਹਿਮਾਨ ਜੁੜ ਰਹੇ ਨੇ। ਉਹ ਮਹਿਮਾਨ ਅਸੀਂ ਕਿਉਂ ਚੁਣੇ ਇਹ ਵੀ ਬਹੁਤ ਇੰਪੋਰਟੈਂਟ ਹੈ, ਉਹ ਵੀ ਮੈਂ ਤੁਹਾਨੂੰ ਨਾਲ ਨਾਲ ਦੱਸਾਂਗਾ। ਸਭ ਤੋਂ ਪਹਿਲਾਂ ਸਾਡੇ ਨਾਲ ਗੁਰਚਰਨ ਸਿੰਘ ਮਾਨ ਜੀ ਜੁੜ ਰਹੇ ਨੇ। ਇਹ ਅਗਾਂਹ ਵਧੂ ਕਿਸਾਨ ਨੇ ਜਿਨ੍ਹਾਂ ਨੇ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਖੁਦ ਨੂੰ ਕੱਢਿਆ, ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਾਮਯਾਬ ਵੀ ਰਹੇ। ਉਹਨਾਂ ਦੀ ਕਾਮਯਾਬੀ ਦਾ ਕੀ ਰਾਜ਼ ਹੈ, ਕਿਵੇਂ ਉਹਨਾਂ ਨੂੰ ਸਾਥ ਮਿਲਿਆ, ਕਿ ਸਰਕਾਰਾਂ ਦਾ ਮਿਲਿਆ ਜਾਂ ਨਹੀਂ ਮਿਲਿਆ, ਉਹਨਾਂ ਦੇ ਨਾਲ ਗੱਲਬਾਤ ਹੋਏਗੀ। ਗੁਰਚਰਨ ਜੀ ਬਹੁਤ ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਸਿੰਘ ਜੀ ਜੁੜ ਰਹੇ ਨੇ, ਕਿਸਾਨ ਨੇ, ਤੇ ਖਾਸ ਇਹ ਵੀ ਹੈ ਕਿ ਪੁਰਸ਼ੋਤਮ ਜੀ ਨੇ ਕਣਕ ਝੋਨੇ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕੇ ਤੇ ਇੱਕ ਵਾਰ ਮੁੜ ਤੋਂ ਕਣਕ ਝੋਨੇ ਦਾ ਰੁਖ ਕਰਨਾ ਪਿਆ। ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਸ ਡਿਬੇਟ ਤੋਂ ਪਹਿਲਾਂ, ਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੇ ਦਿੱਕਤ ਹੋਈ, ਕਿਹੜੀ ਕਮੀ ਰਹਿ ਗਈ, ਉਸ ਦੇ ਉੱਤੇ ਗੱਲਬਾਤ ਹੋਏਗੀ। ਤੇ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੁੜ ਰਹੇ ਨੇ ਜੋ ਖੇਤੀਬਾੜੀ ਮਾਹਰ ਨੇ। ਉਹਨਾਂ ਤੋਂ ਹਰ ਇੱਕ ਐਂਗਲ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਖੇਤੀਬਾੜੀ ਬਿੱਲ ਨੂੰ ਲੈ ਕੇ ਵੀ ਉਹਨਾਂ ਦੇ ਨਾਲ ਅਸੀਂ ਕਈ ਵਾਰ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਸਾਡੇ ਨਾਲ SS ਜੋਹਲ ਜੀ ਜੁੜਨਗੇ, ਸਾਬਕਾ ਵਾਈਸ ਚਾਂਸਲਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ। ਉਹ ਕੁਝ ਹੀ ਪਲਾਂ ਦੇ ਵਿੱਚ ਜੋਹਲ ਸਾਹਿਬ ਵੀ ਸਾਡੇ ਨਾਲ ਜੁੜਨਗੇ। ਤੇ ਮੈਂ ਜੋ ਪਹਿਲਾਂ ਤੁਹਾਨੂੰ ਕਿਹਾ ਕਿ ਤੁਸੀਂ ਵੀ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ, ਆਪਣੀ ਰਾਏ ਸਾਡੇ ਨਾਲ ਜ਼ਰੂਰ ਭੇਜੋ। ਮੈਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਮਨਜੀਤ ਜੀ ਦਾ ਰੁਖ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਰੌਲਾ ਬਹੁਤ ਪੈਂਦਾ ਹਰ ਵਾਰੀ ਡਿਬੇਟਾਂ ਦੇ ਵਿੱਚ ਆ ਕੇ, ਤੁਸੀਂ ਵੀ ਬਹੁਤ ਵਾਰੀ ਹਿੱਸਾ ਲਿਆ। ਅਸੀਂ ਅੱਜ ਇਹ ਕੋਸ਼ਿਸ਼ ਕੀਤੀ ਹੈ ਕਿ ਸਾਰਥਕ ਗੱਲਬਾਤ ਹੋ ਸਕੇ ਪੋਲੀਟੀਕਲ ਪਾਰਟੀਆਂ ਤੋਂ ਬਿਨਾਂ, ਕਿਉਂਕਿ ਉਹ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ, ਫਿਰ ਗੱਲ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਕੋਸ਼ਿਸ਼ ਕੀਤੀ ਹੈ ਕਿ ਸਾਰੇ ਕਿਸਾਨੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਜੋੜੀਏ। ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨ ਜਾ ਰਿਹਾ। ਕਿਸੇ ਲੈਵਲ ਦੇ ਉੱਤੇ ਜਾ ਕੇ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਕੱਢਣ ਦੇ ਲਈ ਕਿਸਾਨਾਂ ਦੀ ਮਦਦ ਸਰਕਾਰ ਨੇ ਕੀਤੀ।
ਤੁਹਾਨੂੰ ਲੱਗਦਾ ਹੈ? ਤੁਸੀਂ ਆਪਣਾ ਪ੍ਰਤੀਕਰਮ ਇਸ ਦੇ ਉੱਤੇ ਦੇਵੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਮਦਦ ਕੀਤੀ, ਕਿੰਨੇ % ਮਦਦ ਕੀਤੀ, ਕਿ ਵਾਕਈ 5 7 10% 20% 50% ਕਿਸੇ ਲੈਵਲ ਦੇ ਉੱਤੇ ਜਾ ਕੇ ਕੋਈ ਵੀ ਸਰਕਾਰ ਹੋਵੇ ਉਹਨਾਂ ਨੇ ਮਦਦ ਕੀਤੀ? ਪ੍ਰੋਫੈਸਰ ਸਾਹਿਬ नहीं देखो, इस गल का जवाब तो मैं सीधा सीधा कह देना कि कोई मदद बहुती हुई नहीं। कोशिशां हाफ हार्टड होईयां। पिछे 2-3 किस्म दीयां कोशिशां सीगियां। एक तो यह सी कि सूरजमुखी का एक बारी बहुत रौला पिया। वो सूरजमुखी लोगों ने लाउणा भी शुरू किया। वो सामना संभावना वो डठल जे बड़ियां कंड जी लड़ती सी। ओदी मार्केटिंग की बहुत वड्डी प्रॉब्लम आई। लोग पिछां हट गए, तोते भी पैंदे सी, ओदा दाने खा जाते सी। चलो उस किस्म के बावजूद वो कोशिश जरूर फार्मर ने की कि चलो ये जमीन की ताकत भी घट खर्च आउंदी है, क्योंकि सूरजमुखी ये झोने नालों घट ताकत खांदा, खर्चा भी घट आऊगा तो एक चंगे पैसे मिलणगे, पर वो ना हो पाया। फिर सरकार ने कोशिश की, देखो जी मेंथा पुदीना जिन्होंने ओदा तेल कढ़िया जाऊगा, कॉन्ट्रैक्ट फार्मिंग की कोशिश की। पैप्सी कोला आया, उत्थे चिप्स बनाउण दा इहो जे बीज पाओ आलूआं दे, इंज करो। वो सारियां कोशिशां होईयां पर वो हाफ हार्टड हुई। मैं ये थोड़े जिहा पिछे जाके गौरव जी जरूर दसना चाहना कि जिस हालात में अज पंजाब का किसान फसिया, सारा पंजाब लाला लाला कर रहा, हाहाकार हुई है, इस दे विच अहम भूमिका पंजाब एग्रीकल्चर यूनिवर्सिटी दी है। मैं सन 70 तो लैके 79 तक उत्थे स्टूडेंट रहा। BSc उत्थों की, MSc उत्थों की। इस करके मैं उन्हां दिनां दे विच यूनीवर्सिटी सी जदों महिंदर सिंह रंधावा हुंदे सी ते किवें मेले ला के फार्मर नूं जिहड़ी डाइवर्सिफाई ऑर्गेनिक खेती दा हुण असीं कह रहे हां, उदों फार्मर पूरे ऑर्गेनिक खेती करदे सीगे। फिर डाइवर्सिफिकेशन दी गल करदे हां, उदों पूरी दी पूरी डाइवर्सिफाइड एग्रीकल्चर सी। इस करके जे अज जिस पहुंच नूं पहुंचे हां, जिस संकट नूं पहुंचे हां, जदों पानी धरती थल्ले खत्म हो गया, जमीन तबाह हो गई, हवा च पॉल्यूशन प्रदूषण हो गया, कैंसर फैल गया, सारियां इहो जिहियां खेती नूं तबाह करन हालात विच पहुंचाया। तो उहदे च पंजाब एग्रीकल्चर यूनीवर्सिटी खेती बाड़ी यूनीवर्सिटी का बहुत अहम भूमिका, क्योंकि उन्होंने ने इधर नूं धक्किया, तुसीं इन्ना कीटनाशक पाओ जी, इन्ना वीडीसाइड पाओ जी, इन्नी फर्टिलाइजर पाओ जी, तुहाडी ऐ हो जू डेमोनस्ट्रेशन दिखा के हर साल दे विच 2 वारी मेले ला के किसानां नूं उत्थों बीज दिते, सारा कुछ किया। हुण जो किसान संकट विच है ते कित्थों उन्हां नूं मत, कित्थों उन्हां नूं एग्रीकल्चर यूनीवर्सिटी कित्थे सुत्ती पई है? एग्रीकल्चर यूनीवर्सिटी वो एजेंडा ते लागू करता जो सेंटर नूं चाहीदा सीगा। जो एजेंडा अज पंजाब नूं बचाउण दा आ, जिथे किसान तबाही दे किनारे आ, उत्थे वो सुत्ती पई आ, कोई आके भूमिका अदा नहीं कर रहे। ठीक है प्रोफेसर साहब, मैं तुहाडे कोल आऊंगा। तुसीं पंजाब एग्रीकल्चर यूनीवर्सिटी दी भूमिका दे उत्ते सवाल चुक दिते ने। कुछ लोगों के मैसेज मेरे तक पहुंचे सी, खास तौर पे जो पोलिटिकल पार्टीज दे नाल मैं चर्चा की इस पूरी चर्चा की सीरीज के पहले पार्ट दे विच, ते लोगों ने यह कहा कि ਜਿਹੜੇ खेतीबाड़ी अधिकारी ने जेकर ये लोगों तक किसानों तक सीधी पहुंच करनी शुरू कर देन तो अद्धियां समस्यावां अपने आप हल हो जाण। मैं उस दे उत्ते आऊंगा, उस दे उत्ते भी तुहाडे तों सवाल करांगे। मैं हुण रुक करदा साडे जिहड़े किसान अज साडे नाल जुड़े हुए ने। पहला मैं रुक करांगा पुरुषोत्तम जी दा। पुरुषोत्तम जी साडे नाल ने। पुरुषोत्तम जी, जेकर मेरी आवाज तुहाडे तक पहुंच रही है, मैं समझना चाहांगा कि तुसीं कोशिश कीती सी इस कणक झोने दे फेर दे विचों निकलण दी, की होया, किहने साथ नहीं दिता तुहाडा, की पूरा तुसीं जेकर दस सको साडे दर्शकों नूं? बिल्कुल जी दस सकदा जी। कणक झोने के चक्कर दे विच जदों निकलण दी कोशिश की गई तो मैं सब तो पहला गन्ने वाली साइड नूं गया जी। मैं तो गन्ना मैं तकरीबन 4-5 किले लाए। मैं तुहानूं अपने बारे दसना चाहता भी मैं 24 साल की उम्र तो लेके हुण मेरी 40 साल की उम्र हो चुकी है, तो मैं किसानी दे नाल ही रिलेटिव है। पढ़े लिखे होने के करके हर बार असीं सोचते हैं भी कुछ नवा करिए, कणक झोने के चक्कर तो विचों निकलीए। पर ਜਦੋਂ ਹੁਣ ਇਹ गन्ना लाया सीगा, गन्ना लाउण तो बाद ਵਿੱਚ ਉਹਦੇ ਉੱਪਰ 1 ਕਿੱਲੇ ਦੇ ਉੱਪਰ 70,000 ਰੁਪਏ ਤੱਕ ਦਾ ਵਢਾਈ ਤੱਕ ਦਾ ਖਰਚਾ ਆ ਜਾਂਦਾ। ਤੇ ਉਹ ਖਰਚੇ ਤੋਂ ਬਾਅਦ ਵਿੱਚ ਜਦੋਂ ਅਸੀਂ ਮਿੱਲ ਦੇ ਵਿੱਚੋਂ ਗੰਨਾ ਗੇਰਦੇ 2-2 ਸਾਲ ਸਾਡੇ ਪੈਸੇ ਨਹੀਂ ਮਿਲਦੇ ਹੈਗੇ। ਉੱਥੇ क्या ਕੀਤਾ ਜਾਵੇ? ਲੇਬਰ ਵਾਲੇ ਸਾਤੇ ਲੈ ਜਾਂਦੇ ਆ ਤੇ ਆਪਣੀਆਂ ਦਵਾਈਆਂ ਬੂਟੀਆਂ ਵਾਲੇ ਸਾਤੇ ਲੈ ਜਾਂਦੇ ਆ, ਸਾਡੀ ਵੀ ਵਿੱਚ ਲੇਬਰ ਲੱਗੀ ਵੀ ਹੁੰਦੀ ਹੈ। ਇਹ ਚੱਕਰ ਨੇ ਬਹੁਤ ਜ਼ਿਆਦਾ ਮੈਨੂੰ ਬਹੁਤ ਪਿੱਛੇ ਲੈ ਕੇ ਆਉਂਦਾ। ਤੇ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰੀਏ, ਚਲੋ ਆਲੂ ਦੀ ਖੇਤੀ ਕੀਤੀ ਆ ਬਹੁਤ। ਉਹ ਆਲੂ ਦੀ ਖੇਤੀ ਦੇ ਵਿੱਚ ਜਦੋਂ ਸਾਡੇ ਆਲੂ ਵਿਕਰੀ ਦੇ ਲਈ ਮੰਡੀ ਦੇ ਵਿੱਚ ਜਾਂਦਾ ਤਾਂ 1 ਰੁਪਏ ਕਿਲੋ, 2 ਰੁਪਏ ਕਿਲੋ। ਫਿਰ ਅੱਜ ਦੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਆਲੂ ਦੀ ਕੀਮਤ ਹੈ ਜਿਹੜੀ ਉਹ
50 ਰੁਪਏ ਦੇ ਕਰੀਬ ਗਈ ਹੋਈ ਹੈ। ਪਰ ਜਦੋਂ ਕਿਸਾਨ ਆਪਣੇ ਇੰਨੀ ਮਿਹਨਤ ਕਰਕੇ ਮੰਡੀ ਦੇ ਵਿੱਚ ਫਸਲ ਨੂੰ ਲੈ ਕੇ ਜਾਂਦਾ ਤਾਂ ਉਹਦਾ ਮੁੱਲ ਨਹੀਂ ਸਹੀ ਪੈ ਰਿਹਾ, MSP ਉਹਨੂੰ ਨਹੀਂ ਮਿਲ ਰਹੀ। ਇੱਥੇ ਬਹੁਤ ਵੱਡੀਆਂ ਕਮੀਆਂ ਨੇ ਇਸ ਸਿਸਟਮ ਦੇ ਵਿੱਚ ਜਿਨ੍ਹਾਂ ਨੂੰ ਕਿ ਸੁਧਾਰਨੇ ਦੀ ਜ਼ਿਆਦਾ ਜ਼ਰੂਰਤ ਹੈਗੀ ਆ। ਇਸ ਤੋਂ ਇਲਾਵਾ ਜਦੋਂ ਆਪਾਂ ਸਬਜ਼ੀ ਵਾਲੀ ਸਾਈਡ ਨੂੰ ਜਾਂਦੇ ਆ, ਸਬਜ਼ੀ ਵਾਲੀ ਸਾਈਡ ਨੂੰ ਵੀ ਮੈਂ 4-4 5-5 ਕਿੱਲੇ ਸਬਜ਼ੀ ਦੇ ਲਾ ਕੇ ਦੇਖੇ ਨੇ ਤੇ ਉਹਨਾਂ ਦਾ ਵੀ ਪ੍ਰੋਪਰ ਮੁੱਲ ਨਹੀਂ ਮਿਲਦਾ। ਤੇ ਬਹੁਤ ਸਾਰੀਆਂ ਕਈ ਵਾਰ ਇਦਾਂ ਹੁੰਦੀਆਂ ਵੀ ਦਵਾਈਆਂ ਘਟੀਆਂ ਆ ਜਾਂਦੀਆਂ ਕਿਉਂਕਿ ਉਹਨੂੰ ਅਸੀਂ ਕਿਹੜੇ ਮੂੰਹ 'ਚ ਪਾ ਕੇ ਟੈਸਟ ਕਰ ਸਕਦੇ ਹਾਂ ਜੀ। ਟੈਸਟਿੰਗ ਨੂੰ ਉਹ ਦਵਾਈਆਂ ਦੀ ਵੀ ਇਹੋ ਜਿਹੀ ਘਟੀਆਂ ਆ ਜਾਂਦੀਆਂ ਕਿ ਸਾਡੀ ਫਸਲ ਖਰਾਬ ਹੋ ਜਾਂਦੀ ਹੈ। ਪਰ ਕੋਈ ਆਸ ਤਾਂ ਹੋਵੇ ਨਾ ਸਾਹਮਣੇ ਵੀ ਅਸੀਂ ਇਹ ਫਸਲ ਬੀਜੀ ਹੈ ਤੇ ਇਹਦਾ ਸਾਨੂੰ ਇਹ ਮੁੱਲ ਮਿਲ ਜਾਣਾ ਹੈਗਾ। ਪਰ ਸਾਨੂੰ ਜਦੋਂ ਦੀ ਆਸ ਨਹੀਂ ਹੁੰਦੀ ਉਸ ਸਮੇਂ ਕਿਸਾਨ ਦਾ ਜਿਹੜਾ ਨਾ ਮਨ ਹੈਗਾ ਉਹ ਟੁੱਟ ਜਾਂਦਾ ਹੈ। ਤੇ ਸਿਰਫ ਆਪਣੇ ਪੰਜਾਬ ਦੇ ਵਿੱਚ 2 ਫਸਲਾਂ ਤੇ MSP ਮਿਲਦੀ ਹੈ, ਚਾਹੇ ਕਣਕ ਹੈ ਚਾਹੇ ਝੋਨਾ ਹੈ। ਉਹ ਤਾਂ ਕਰਕੇ ਲੋਕ ਹੈ ਜਿਹੜੇ ਕਿਸਾਨ ਹੈ ਜਿਹੜੇ ਅਸੀਂ ਲੋਕ ਹੈ ਜਿਹੜੇ ਮਤਲਬ ਕਿ ਇੱਧਰਲੇ ਪਾਸੇ ਨੂੰ ਤੁਰੇ ਹੋਏ ਆ। ਹੋਰ ਵੀ ਕਈ ਮਤਲਬ ਕਿ ਫਸਲਾਂ ਦਾ ਮੈਂ ਇਹ ਕਰਕੇ ਦੇਖਿਆ ਹੈਗਾ ਪ੍ਰੋਗਰਾਮ, ਪਰ ਉਹ ਸਾਰੇ ਪਾਸੇ ਹੀ ਉਲਝਾਵਾ ਹੀ ਆ, ਬਸ ਹੋਰ ਕੁਝ ਨਹੀਂ ਹੈਗਾ ਸਰ। ਚਲੋ ਠੀਕ ਹੈ, ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ। ਖਾਸ ਤੌਰ ਤੇ ਜਦੋਂ ਅਸੀਂ ਕਣਕ ਝੋਨੇ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਕਰਦੇ ਹਾਂ ਤਾਂ ਕੀ ਗੰਨਾ ਆਪਸ਼ਨ ਹੋ ਸਕਦਾ? ਦੇਖੋ ਮੈਂ ਸ਼ੁਰੂਆਤ ਦੇ ਵਿੱਚ ਇੱਕ ਸਵਾਲ ਕੀਤਾ ਸੀ ਕਿ ਕਣਕ ਝੋਨੇ ਦਾ ਬਦਲ ਕੀ ਬਾਕੀ ਗੰਨਾ ਉਹ ਬਦਲ ਹੋ ਸਕਦਾ ਹੈ, ਕਿ ਆਲੂ ਬਦਲ ਹੋ ਸਕਦਾ ਹੈ? ਵੈਸੇ ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ, ਅਸੀਂ ਲਗਾਤਾਰ ਇਸ ਦੇ ਉੱਤੇ ਗੱਲ ਕਰਦੇ ਵੀ ਰਹੇ ਹਾਂ ਪੁਰਸ਼ੋਤਮ ਜੀ, ਕਿ ਜਦੋਂ ਗੱਲ ਹੁੰਦੀ ਹੈ ਕਿਸਾਨ ਦੀ ਫਸਲ ਦੀ ਜਾਂ ਤਾਂ ਉਹ ਸੜਕ ਦੇ ਉੱਤੇ ਸੁੱਟਦਾ। ਅਸੀਂ ਤਸਵੀਰਾਂ ਦੇਖੀਆਂ ਨੇ, ਪੂਰੇ ਦੇਸ਼ ਨੇ ਦੇਖੀਆਂ ਉਹ ਤਸਵੀਰਾਂ ਕਿ ਸੜਕ ਦੇ ਉੱਤੇ ਸੁੱਟ ਦਿੰਦਾ ਹੈ ਕਿ ਸਾਨੂੰ ਤਾਂ ਜੀ 50 ਪੈਸੇ ਪ੍ਰਤੀ ਕਿਲੋ ਮਿਲ ਰਿਹਾ ਹੈ। ਅੱਜ ਦੀ ਡੇਟ ਦੇ ਵਿੱਚ 50 ਰੁਪਏ ਕਿਲੋ ਆਲੂ ਮਿਲਦਾ ਨਹੀਂ ਵਧੀਆ। ਇਹ ਲੋਕਾਂ ਦਾ ਕਹਿਣਾ ਹੈ, ਇਹ ਮੰਡੀਆਂ ਦੇ ਵਿੱਚੋਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਠੀਕ ਹੈ, ਮੈਂ ਹੁਣ ਰੁਕ ਕਰਾਂਗਾ। ਸਾਡੇ ਨਾਲ ਇਸ ਸਮੇਂ ਗੁਰਚਰਨ ਜੀ ਜੁੜੇ ਹੋਏ ਨੇ। ਗੁਰਚਰਨ ਜੀ, ਦੇਖੋ ਤੁਹਾਡੇ ਸਾਹਮਣੇ ਕੀ ਚੁਣੌਤੀਆਂ ਸੀ ਤੇ ਸਮਝਣਾ ਚਾਹਾਂਗੇ ਕਿ ਕਿਵੇਂ ਤੁਸੀਂ ਇਸ ਪੂਰੇ ਚੱਕਰ ਚੋਂ ਨਿਕਲੇ ਹੋ, ਕਿਉਂਕਿ ਤੁਸੀਂ ਇੰਸਪਾਇਰ ਕਰ ਸਕਦੇ ਹੋ ਲੋਕਾਂ ਨੂੰ। ਕਣਕ ਝੋਨੇ ਦੇ ਵਿੱਚੋਂ ਕਿਸਾਨ ਪੁਰਸ਼ੋਤਮ ਜੀ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਜਰਾ ਦੱਸੋ ਕਿ ਕਿਵੇਂ ਤੁਸੀਂ ਇਸ ਪੂਰੇ ਚੱਕਰ ਦੇ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਰਹੇ ਹੋ ਤੇ ਕਿਵੇਂ ਸਾਥ ਮਿਲਿਆ ਤੁਹਾਨੂੰ? ਕਿਸ ਦਾ ਸਾਥ ਮਿਲਿਆ? ਕਿ ਐਡਮਿਨਿਸਟ੍ਰੇਸ਼ਨ ਦਾ, ਖੇਤੀਬਾੜੀ ਵਿਭਾਗ ਦਾ, ਸਰਕਾਰ ਦਾ ਸਾਥ ਮਿਲਿਆ? ਹਾਂਜੀ, ਮੈਂ ਇਹ ਜਿਹੜੀ ਗੱਲ ਦਾਅਵੇ ਨਾਲ ਕਹਿ ਸਕਦਾ, 1990 ਦੇ ਵਿੱਚ ਮੈਂ BA ਦੀ ਆਪਦੀ ਉਹ ਪੜ੍ਹਾਈ ਵਿਚਾਲੇ ਛੱਡ ਕੇ ਜੰਗ ਫਾਰਮਰ ਦਾ ਕੋਰਸ ਕੀਤਾ PAU ਲੁਧਿਆਣੇ ਤੋਂ, ਤੇ ਮੈਂ ਸਾਰੇ ਕਿੱਤੇ ਸ਼ੁਰੂ ਕਰ ਲਏ। ਮੱਛੀ ਪਾਲਣ ਦਾ, ਮੱਖੀ ਪਾਲਣ ਦਾ, ਖੁੰਬਾਂ ਲਾਉਣ ਦਾ, ਸਬਜ਼ੀਆਂ ਲਾਉਣ ਦਾ, ਬਾਗ ਲਾਉਣ ਦਾ, ਰੁੱਖ ਲਾਉਣ ਦਾ, ਮਧੂ ਮੱਖੀਆਂ ਪਾਲਣ ਦਾ, ਡੈਰੀ ਦਾ। ਪਰ ਮੈਂ ਕੱਲੇ ਕਿੱਤੇ ਨੂੰ ਕਰਕੇ ਦੇਖਿਆ ਤੇ ਉਸ ਟਾਈਮ ਦੇ ਵਿੱਚ ਇੱਕ ਗੀਤ ਆਉਂਦਾ ਹੁੰਦਾ ਸੀ, ਤੇਰਾ ਵਿਕਦਾ ਜੈਕੁਰੇ ਪਾਣੀ ਤੇ ਲੋਕਾਂ ਦਾ ਦੁੱਧ ਵਿਕਦਾ। ਉਦੋਂ ਪੰਜਾਬ ਦੇ ਵਿੱਚ ਪਾਣੀ ਬਿਲਕੁਲ ਨਹੀਂ ਵਿਕਦਾ ਸੀ। ਜਦੋਂ ਮੈਂ ਗੀਤ ਦੇ ਬੋਲ ਦੀ ਪੁੱਛਣ ਦੀ ਖਾਤਰ ਸਾਡੇ ਰਜਿੰਦਰਾ ਕਾਲਜ ਦੇ ਪ੍ਰੋਫੈਸਰ ਨਾਲ ਮੈਂ ਗੱਲਬਾਤ ਕਰੀ, ਉਹ ਮੈਨੂੰ ਕਹਿੰਦਾ ਕਾਕਾ ਬਾਹਰਲੇ ਦੇਸ਼ਾਂ 'ਚ ਪਾਣੀ ਵਿਕਦਾ ਹੈ ਤੇ ਉਹ ਪਾਣੀ ਕੰਪਨੀਆਂ ਜੈਕੁਰ ਹੈ। ਕਹਿੰਦਾ ਤੁਸੀਂ ਇਕੱਲੇ ਪਿੰਡਾਂ ਦੇ ਲੋਕ ਜਿਹੜੇ ਮੁੰਡੇ ਹੁੰਦੇ ਹੋ ਤੇ ਗਵਾਂਢੀਆਂ ਦੀ ਕੁੜੀ ਨੂੰ ਜੈਕੁਰ ਮੰਨ ਲੈਂਦੇ ਹੋ, ਪਰ ਕੰਪਨੀ ਜਦੋਂ ਪਾਣੀ ਦੀ ਬੋਤਲ ਤੇ ਰੈਪਰ ਲਾ ਕੇ ਉਹਨੂੰ ਵਧੀਆ ਸੁਰਖੀ ਬਿੰਦੀ ਲਾ ਕੇ ਇੱਕ ਵੇਚਦੀ ਹੈ। ਅੱਜ ਦੇਖੋ ਪਾਣੀ ਦੀ ਬੋਤਲ 20 ਰੁਪਈਆਂ ਦੀ ਵਿਕ ਰਹੀ ਹੈ ਤੇ ਸਾਡਾ ਦੁੱਧ ਕੋਈ 25 ਰੁਪਏ ਲੈਣ ਨੂੰ ਤਿਆਰ ਨਹੀਂ। ਇਹ ਦੇਖੋ 7 ਪੈਸੇ ਦਾ ਲੀਟਰ ਪਾਣੀ ਪੈਦਾ ਹੋ ਜਾਂਦਾ ਹੈ, ਪਰ ਇਹ ਸਾਰਾ ਕੁਝ ਸਾਨੂੰ ਆਪ ਕਰਨਾ ਪੈਂਦਾ ਹੈ। ਪਰ ਮੈਂ PAU ਤੋਂ ਸਿੱਖ ਕੇ ਮੇਰਾ ਖੇਤੀਬਾੜੀ ਮਹਿਕਮੇ ਨੇ ਵੀ ਸਾਥ ਦਿੱਤਾ, ਬਾਗਬਾਨੀ ਮਹਿਕਮੇ ਨੇ ਸਾਥ ਦਿੱਤਾ, DFO ਸਾਹਿਬ ਨੇ ਵੀ ਸਾਥ ਦਿੱਤਾ, ਸਾਰੇ ਮਹਿਕਮੇ ਨੇ ਸਾਥ ਦਿੱਤਾ। ਅੱਜ ਮੇਰੀ 70 ਰੁਪਏ ਕਿਲੋ ਬਾਲਣ ਵਾਲੀ ਲੱਕੜ ਵਿਕ ਰਹੀ ਹੈ। ਜਿਹੜੀ ਵੇਸਟ ਲੱਕੜ ਹੈ ਉਹ ਮੇਰਾ ਬਾਲਣ ਹੈ 7 ਰੁਪਏ ਕਿਲੋ ਵਿਕ ਰਿਹਾ ਹੈ ਜੀ। ਤੇ ਮੈਂ ਇਹ ਗੱਲ ਕਹਿ ਸਕਦਾ ਵੀ ਮੇਰੇ ਬੇਰੀਆਂ ਦੇ ਕੰਡੇ ਵੀ ਵਿਕੇ ਹੈ, ਮੇਰੇ ਬੇਰੀਆਂ ਦੇ ਪੱਤੇ ਵੀ ਵਿਕੇ ਹੈ। ਤੇ ਹੁਣ ਮੈਂ ਜਦੋਂ ਮੈਂ ਆਪਦੇ ਕਿੱਤੇ 'ਚ ਕਾਮਯਾਬ ਹੋ ਗਿਆ ਤਾਂ ਹੁਣ ਮੈਨੂੰ ਸਾਰੇ ਸਰਕਾਰਾਂ ਹੀ ਮਦਦ ਕਰਦੀਆਂ, ਸਾਰੇ ਮਹਿਕਮੇ ਵੀ ਮਦਦ ਕਰਦੇ ਹੈ ਤੇ ਲੋਕ ਵੀ ਮੈਨੂੰ ਕਾਫੀ ਉਤਸ਼ਾਹ ਕਰਦੇ ਹੈ। ਇਹ ਮਸਲਾ ਹੈਗਾ ਵੀ ਆਪਣੀ ਹਿੰਮਤ ਦਾ। ਜੇ ਅਸੀਂ ਠੀਕ ਹੈ ਗੁਰਚਰਨ ਜੀ, ਬੜੀ ਦਿਲਚਸਪ ਗੱਲਾਂ ਤੁਸੀਂ ਕੀਤੀਆਂ ਨੇ। ਇਹ ਗੱਲ ਕਹਿ ਜਾ, ਦੇਖੋ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਕੀ ਬਦਲ ਹੋ ਸਕਦਾ ਹੈ। ਇੱਕ ਮਿੰਟ ਤੁਸੀਂ ਬਹੁਤ ਸਾਰੀ ਜ਼ਿਕਰ ਕਰਤਾ, ਤੁਸੀਂ ਮੱਖੀ ਪਾਲਣ ਦਾ, ਮੱਛੀ ਪਾਲਣ ਦਾ, ਉਸ ਤੋਂ ਬਾਅਦ ਤੁਸੀਂ ਦੁੱਧ ਦੀ ਡੈਰੀ ਦਾ ਜ਼ਿਕਰ ਕੀਤਾ ਤੇ ਜਿਹੜੇ ਰੁੱਖ ਲਗਾਉਣ ਦਾ ਜ਼ਿਕਰ ਕਰ ਦਿੱਤਾ। ਸਭ ਤੋਂ ਕਾਮਯਾਬ ਤੇ ਸਭ ਤੋਂ ਸੌਖਾ ਕਿਹੜਾ ਬਦਲ ਤੁਹਾਨੂੰ ਨਜ਼ਰ ਆਇਆ? ਸਭ ਤੋਂ ਸੌਖਾ ਤੇ ਵਧੀਆ ਮੱਖੀ ਪਾਲਣ ਦਾ ਕਿੱਤਾ ਹੈ।
ਜਿਹੜਾ ਲੋਕਾਂ ਦੇ ਫੁੱਲਾਂ ਤੋਂ ਰਸ ਲੈ ਕੇ ਸਾਨੂੰ ਦਿੰਦੀਆਂ ਜੀ, ਤੇ ਲੋਕਾਂ ਦੇ ਨਾ ਉਹਦਾ ਸੈੱਡ ਪਾਉਣਾ ਹੈ, ਨਾ ਉਹਦੇ ਬਾਅਦ ਸੰਨੀ ਪਾਉਣੀ ਹੈ, ਨਾ ਕੋਈ ਦਵਾਈ ਛਿੜਕਣੀ ਹੈ। ਲੋਕਾਂ ਤੋਂ ਲੈ ਕੇ ਤੇ ਫਸਲਾਂ ਦੇ ਉੱਤੇ ਝਾੜ ਦੇ ਵੀ 12.5% ਅਸਰ ਪੈਂਦਾ ਇਹਦਾ। ਤੇ ਮੈਂ ਇੱਕ ਗੱਲ ਇਹ ਗੱਲ ਕਹਿ ਸਕਦਾ ਵੀ ਅਸੀਂ ਕਿਸਾਨ ਆ ਪੰਜਾਬ ਦੇ, ਗੁਰੂ ਗੋਬਿੰਦ ਸਿੰਘ ਦੀ ਲਾਦ ਆ, ਅਸੀਂ ਚਿੜੀਆਂ ਦਾ ਦੁੱਧ ਪੈਦਾ ਕਰ ਸਕਦੇ ਹਾਂ। ਸਰਕਾਰ ਸਾਨੂੰ ਇਹ ਦੱਸੇ ਦੇ ਕੀ ਰੇਟ ਤੇ ਕਿੱਥੇ ਵਿਕੂਗਾ। ਕੋਈ ਵੇਚਣ ਦੀ ਜਾਂ ਹੋਰ ਦੀ ਕੋਈ ਸਰਕਾਰ ਮਾੜਾ ਜਿਹਾ ਹੱਲ ਕਰੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਪਰ ਮੈਂ ਆਪਣੇ ਕਿੱਤੇ 'ਚ ਕਾਮਯਾਬ ਹੋ ਗਿਆ। ਸਭ ਨੂੰ ਪੈਦਾ ਉਦੋਂ ਬਾਅਦ ਰੁੱਖ ਹੈ। ਮੇਰੇ ਕੋਲ 5000 ਰੁੱਖ ਲੱਗੇ ਹੋਏ ਹੈ। ਮੇਰੀ ਕਾਂਟ ਸਾਂਟ ਮੇਰਾ ਬਾਲਣ ਵਿਕ ਜਾਂਦਾ ਹੈ। ਜਿਹੜੀ ਉਹਦੀ ਲੱਕੜ ਹੈ ਉਹਦੀਆਂ ਮੈਨੂੰ ਹੁਣ ਸਰਕਾਰ ਨੇ ਮਦਦ ਕਰਤੀ। 3.5 ਕਰੋੜ ਰੁਪਏ ਦਾ ਮੇਰੀ ਇੱਕ ਉਹ ਹਨੀ ਕਲੈਕਟਰ ਬਣ ਗਿਆ। ਉਹਦੇ ਮੱਖੀਆਂ ਦੇ ਬਕਸੇ ਬਣਾਉਣਾ, ਮੈਂ ਉਹਦੇ ਫਰੇਮ ਬਣਾਉਣਾ ਨਿੱਕੀ ਤੋਂ ਨਿੱਕੀ ਲੱਕੜ ਦੇ। ਤੇ ਬਾਕੀ ਜਿਹੜਾ ਮੇਰਾ ਵੇਸਟ ਹੈ, ਬੂਰਾ ਵੀ ਜਿਹੜਾ ਉਹ ਲੱਕੜ ਦਾ ਬਚਦਾ ਹੈ, ਉਹ ਵੀ 3.5 ਰੁਪਏ ਕਿਲੋ ਵਾਇਓ ਮਾਜ ਜਾਂ ਪੱਠੇ ਵਾਲੇ ਲੈ ਲੈਂਦੇ ਆ। ਇੱਥੇ ਡਿੱਗੇ ਪਏ ਨੂੰ ਕੋਈ ਨਹੀਂ ਚੱਕਦਾ, ਉੱਠੇ ਪਏ ਨੂੰ ਸਾਰੇ ਸਲਾਮਾ ਕਰਦੇ। ਚੜ੍ਹਦੇ ਸੂਰਜ ਵਾਲੀ ਗੱਲ ਹੈ। ਜਦੋਂ ਤੱਕ ਕੋਈ ਬੰਦਾ ਕਾਮਯਾਬ ਹੋ ਜਾਂਦਾ ਹੈ, ਉਦੋਂ ਸਰਕਾਰ ਵੀ ਮਦਦ ਕਰਦੀ ਹੈ, ਉਦੋਂ ਮਹਿਕਮੇ ਵੀ ਮਦਦ ਕਰਦੇ ਹੈ, ਉਦੋਂ ਸਾਰੇ ਦੇ ਸਾਰੇ ਲੋਕ ਮਦਦ ਕਰਦੇ ਹੈ। ਪਰ ਜਿਹੜੇ ਕਿਸਾਨਾਂ ਦੀ ਅੱਜ ਸਥਿਤੀ ਹੈ ਜ਼ਿਆਦਾਤਰ, ਉਹ ਛੋਟੇ ਕਿਸਾਨ ਹੈ। ਛੋਟੇ ਕਿਸਾਨ ਇਹੋ ਜਿਹੀ ਸਥਿਤੀ 'ਚ ਫਸ ਗਏ, ਨਾ ਉਹ ਖੇਤੀ 'ਚੋਂ ਬਾਹਰ ਨਿਕਲ ਸਕਦੇ ਹੈ, ਨਾ ਉਹ ਕਿੱਤਾ ਕੋਈ ਹੋਰ ਕਰ ਸਕਦੇ ਹੈ। ਕਿਉਂਕਿ ਸਰਕਾਰ ਨੇ ਸਾਡੀ ਜ਼ਮੀਨ ਦੀ ਜਿਹੜੀ ਸੀਗੀ ਉਹਦੀ ਇੱਕ ਇਹੋ ਜਿਹੀ ਸਥਿਤੀ ਬਣਾਤੀ ਜ਼ਿਮੀਂਦਾਰ ਦੀ। ਕਿਉਂਕਿ ਇਹ ਦੇਖੋ ਸਾਡਾ ਹਾਲਾ ਬੰਦ ਕਰਤਾ। ਹਾਲੇ ਦੇ ਬਿਨਾਂ ਸਾਨੂੰ ਜ਼ਮੀਨ ਦਾ ਪਤਾ ਹੀ ਨਹੀਂ ਲੱਗਿਆ, ਮਾਲਕ ਨਹੀਂ ਬਣ ਰਹੇ ਅਸੀਂ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਅੱਗੇ ਜਦੋਂ ਹਾਲਾ ਭਰਦਾ ਬੰਦਾ, ਉਹਨੂੰ ਪਤਾ ਲੱਗਦਾ ਮੇਰੇ ਕਾਏ ਕਿੱਲਿਆਂ 'ਚ ਮੂੰਗੀ ਬੀਜੀ ਹੈ, ਮੇਰੇ ਕਿੰਨੇ ਕਿੱਲੇ ਕਪਾਹ ਬੀਜੀ ਹੈ, ਮੇਰਾ ਕੀ ਬੀਜਿਆ ਵੈ। ਸਾਨੂੰ ਸਰਕਾਰਾਂ ਮੰਗਤੇ ਵਾਲੇ ਪਾਸੇ ਲਿਜਾ ਰਹੀਆਂ। ਜੇ ਸਾਡੀ ਚੀਜ਼ ਦੇ ਉੱਤੇ ਸਾਨੂੰ ਕੋਈ ਆਪ ਦੀ ਜਾਣਕਾਰੀ ਹੋਵੇ ਤਾਂ ਸਾਨੂੰ ਕਾਫੀ ਹੈ। ਹੁਣ ਸਾਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਕਹਿ ਕੇ ਮੰਗਤੇ ਬਣਾ ਕੇ, ਅਤੇ ਕਿੰਨੇ ਘੰਟੇ ਬਿਜਲੀ ਦਿੱਤੀ ਜਾਂਦੀ ਹੈ। ਐ ਤਾਂ ਗੰਨੇ ਤੇ ਬਿਜਲੀ ਦਿੱਤੀ ਜਾਂਦੀ ਹੈ, ਨਰਮੇ ਤੇ ਬਿਜਲੀ ਦਿੱਤੀ ਜਾਂਦੀ ਹੈ, ਕਿਸੇ ਚੀਜ਼ ਤੇ ਨਹੀਂ ਦਿੱਤੀ ਜਾਂਦੀ। ਚਲੋ ਠੀਕ ਹੈ। ਮੈਂ ਗੁਰਚਰਨ ਜੀ ਤੁਹਾਡੇ ਕੋਲ ਵਾਪਸ ਆਵਾਂਗਾ। ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪੈਣਾ, ਉਸ ਤੋਂ ਬਾਅਦ ਮੈਂ ਪ੍ਰੋਫੈਸਰ ਸਾਹਿਬ ਦਾ ਵੀ ਰੁਖ ਕਰਾਂਗਾ। ਦੇਖੋ ਪਹਿਲੇ ਸੈਗਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਸਰ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਤੁਹਾਡੇ ਕੋਲ। ਮੈਂ ਇੱਕ ਛੋਟਾ ਜਿਹਾ ਇੱਥੇ ਬ੍ਰੇਕ ਲੈਣਾ, ਉਸ ਤੋਂ ਬਾਅਦ ਇਸ ਚਰਚਾ ਨੂੰ ਜਾਰੀ ਰੱਖਾਂਗੇ। ਦੇਖੋ ਜ਼ਰੂਰੀ ਹੁੰਦਾ ਹੈ ਕਿ ਹਰ ਮੁੱਦੇ ਉੱਤੇ ਗੱਲ ਹੋਵੇ। ਹੁਣ ਇੱਥੇ ਜੋ ਚੀਜ਼ਾਂ ਨਿਕਲ ਕੇ ਆਈਆਂ ਕਿ ਬਹੁਤ ਸਾਰੇ ਬਦਲ ਨੇ। ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਹੁਣ ਪੰਜਾਬ ਦੇ ਸਾਰੇ ਹੀ ਕਿਸਾਨ ਝੋਨਾ ਛੱਡ ਕੇ ਮੱਖੀ ਪਾਲਣ ਦਾ ਕੰਮ ਸ਼ੁਰੂ ਕਰ ਦੇਣ ਜਾਂ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਦੇਣ, ਇਹ ਵੀ ਨਹੀਂ ਹੋ ਸਕਦਾ। ਤਾਂ ਇਹ ਕਿਵੇਂ ਤੈਅ ਕੀਤਾ ਜਾਵੇ ਕਿ ਕਿਹੜਾ ਖਿੱਤਾ, ਕਿਹੜਾ ਸੈਕਟਰ ਜਾਂ ਕਿਹੜਾ ਇਲਾਕਾ ਕਿਹੜਾ ਕੰਮ ਕਰੇਗਾ। ਜਿਵੇਂ ਹੁਣ ਸਾਡਾ ਨਰਮੇ ਦੀ ਪੂਰੀ ਬੈਲਟ ਹੈ ਮਾਲਵੇ ਦੀ, ਜਾਂ ਫਿਰ ਅਬੋਹਰ ਵਾਲਾ ਪਾਸਾ ਜਾ ਕੇ ਕੀਨੂਆਂ ਦਾ ਗੜ ਮੰਨਿਆ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਕਿ ਵਾਕਈ ਸਰਕਾਰਾਂ ਨੂੰ ਇਹ ਵੀ ਦੇਖਣਾ ਹੋਵੇਗਾ ਕਿ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ, ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਕਿਹੜੀ ਚੀਜ਼ ਦੀ ਪ੍ਰੋਡਕਸ਼ਨ ਹੋ ਸਕਦੀ ਹੈ ਤੇ ਉੱਥੇ ਖਰੀਦਦਾਰੀ ਦੇ ਪ੍ਰਬੰਧ ਕੀਤੇ ਜਾਣ। ਬਹੁਤ ਇੰਪੋਰਟੈਂਟ ਹੈ। ਇਸ ਦੇ ਉੱਤੇ ਆ ਕੇ ਗੱਲਬਾਤ ਕਰਾਂਗੇ। ਤੁਸੀਂ ਵੀ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਨੰਬਰ ਤੋਂ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ, ਤੁਸੀਂ ਸਾਨੂੰ ਜ਼ਰੂਰ ਕਾਲ ਕਰਨਾ। ਮੈਂ ਬ੍ਰੇਕ ਤੋਂ ਬਾਅਦ ਕੁਝ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਕਿਸਾਨਾਂ ਦੇ ਮੁੱਦੇ ਉੱਤੇ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਫਸਲੀ ਚੱਕਰ ਦਾ ਜੋ ਜ਼ਿਕਰ ਹੋ ਰਿਹਾ ਹੈ, ਜਿਸ ਦਾ ਜ਼ਿਕਰ ਸਰਕਾਰਾਂ ਤੋਂ ਲੈ ਕੇ ਸਿਆਸੀ ਪਾਰਟੀਆਂ ਤੇ ਇੱਥੋਂ ਤੱਕ ਕਿ ਕਿਸਾਨ ਖੁਦ ਵੀ ਕਰਦੇ ਨੇ, ਉਸ ਦਾ ਬਦਲ ਕੀ ਹੈ। ਕਣਕ ਝੋਨੇ ਦਾ ਕੋਈ ਬਦਲ ਹੈ ਜਾਂ ਨਹੀਂ ਹੈ। ਕਿਸਾਨੀ ਦਾ ਭਵਿੱਖ ਕੀ ਹੈ। ਅੱਜ ਤੋਂ 10 ਸਾਲ ਬਾਅਦ, ਅੱਜ ਤੋਂ 15 ਸਾਲ ਬਾਅਦ ਕੀ ਸਾਰੇ ਉਸ ਸਮੇਂ ਵੀ ਪੰਜਾਬ 'ਚ ਝੋਨਾ ਲਗਾ ਰਹੇ ਹੋਣਗੇ, ਕਿ ਉਸ ਸਮੇਂ ਵੀ ਕਣਕ ਹੋਏਗੀ। ਕਣਕ ਖੈਰ ਤੁਸੀਂ ਫਿਰ ਵੀ ਕਹਿ ਸਕਦੇ ਹੋ, ਪਰ ਕਿ ਵਾਕਈ ਝੋਨਾ ਲਗਾਉਣ ਦੀ ਹਾਲਤ ਦੇ ਵਿੱਚ ਪੰਜਾਬ ਹੋਏਗਾ। ਇਸ ਦੇ ਉੱਤੇ ਗੱਲਬਾਤ ਸਾਡੀ ਜਾਰੀ ਹੈ। ਮੈਂ ਇਸ ਸੈਗਮੈਂਟ ਦੀ ਸ਼ੁਰੂਆਤ ਕਰਦਾ। ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਰੁਖ ਕਰਦੇ ਹਾਂ। ਸਾਡੇ ਨਾਲ ਪਟਿਆਲਾ ਤੋਂ ਇੱਕ ਕਾਲਰ ਨੇ। ਸਵਾਗਤ ਹੈ, ਤੁਸੀਂ ਆਪਣਾ ਨਾਮ ਦੱਸ ਦਿਓ ਤੇ ਕੀ ਕਹਿਣਾ ਚਾਹੁੰਦੇ ਹੋ। ਸ਼ੁਭਮ ਸਾਡੇ ਨਾਲ ਨੇ। ਸ਼ੁਭਮ ਸਵਾਗਤ ਹੈ। ਮਾਸਟਰ ਸੂਬਾ ਸਿੰਘ, ਅਰਨੋ ਜ਼ਿਲ੍ਹਾ ਪਟਿਆਲਾ। ਹੈਲੋ, ਮੇਰਾ ਕਹਿਣਾ ਹੈ ਜੀ ਬਦਲ ਬਹੁਤ ਨੇ। ਮੇਰਾ ਕਹਿਣਾ ਹੈ ਕਿ ਬਦਲ ਬਹੁਤ ਨੇ। ਜ਼ਿਮੀਂਦਾਰ ਬਹੁਤ ਹੀ ਸਿਆਣਾ ਹੈ। ਬਹੁਤ ਸਾਰੇ ਬਦਲ ਨੇ ਜ਼ਿਮੀਂਦਾਰ ਕੋ। ਜਿਵੇਂ ਮਟਰ ਬੀਜ ਸਕਦਾ, ਆਲੂ ਬੀਜ ਸਕਦਾ, ਹੋਰ ਫਸਲਾਂ ਬੀਜ ਸਕਦਾ, ਗੰਨਾ ਬੀਜ ਸਕਦਾ, ਪਰ ਉਹਦਾ ਰੇਟ ਨਹੀਂ ਮਿਲਦਾ। ਕਦੇ 2 ਰੁਪਏ ਵਿਕਦੇ ਆਲੂ, ਕਦੇ ਰੁਪਏ ਵਿਕਦੇ, ਕਦੇ 10 ਰੁਪਏ, ਕਦੇ 15 ਰੁਪਏ। ਕਿਸੇ ਸਾਲ ਉਹ ਆਲੂ ਮਟਰ ਜਿਹੜੇ ਨੇ 2 ਰੁਪਏ ਵਿਕਦੇ ਨੇ, ਕਿਸੇ ਸਾਲ ਉਹ
15 ਰੁਪਏ ਵਿਕਦੇ ਨੇ, ਕਿਸੇ ਸਾਲ 20 ਰੁਪਏ ਵੀ ਵਿਕਦੇ ਨੇ। ਇਸ ਕਰਕੇ ਜੇ ਸਰਕਾਰ ਇਹਨਾਂ ਦਾ ਸਮਰਥਨ ਮੁੱਲ ਦੇਵੇ ਔਰ ਪੱਕਾ ਹੋਵੇ ਤਦ ਜ਼ਿਮੀਂਦਾਰ ਜਿਹੜਾ ਕਣਕ ਝੋਨੇ ਦੇ ਬਦਲ ਚੋਂ ਨਿਕਲ ਸਕਦਾ। ਥੈਂਕ ਯੂ। ਠੀਕ ਹੈ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜਿਹੜੀ ਕੋਸ਼ਿਸ਼ ਅਸੀਂ ਕਰ ਰਹੇ ਹਾਂ, ਦੇਖੋ ਇੱਕ ਚੀਜ਼ ਤਾਂ ਬਹੁਤ ਕਲੀਅਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਣਕ ਝੋਨਾ ਛੱਡਣ ਨੂੰ ਕਿਸਾਨ ਤਿਆਰ ਨੇ। ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਕਿ ਉਹ ਪਹਿਲਾਂ ਪਾਣੀ ਲਗਾਉਣ, ਮੀਟਰਾਂ ਜਿਹੜੀ ਬੰਬੀਆਂ ਨੂੰ ਚਲਾਉਣ ਦੇ ਲਈ ਬਿਜਲੀ ਦਾ ਇੰਤਜ਼ਾਰ ਕਰਨ, ਵਾਰੀਆਂ ਬਣ ਕੇ ਰਾਤ ਨੂੰ ਰਾਤ ਪੂਰਾ ਉੱਥੇ ਰਹਿਣ। ਉਹ ਚਾਹੁੰਦੇ ਨੇ ਕਿ ਅਸੀਂ ਵੀ ਕੁਝ ਵੱਖਰਾ ਕਰੀਏ, ਪਰ ਇੱਕੋ ਚੀਜ਼ ਦੇ ਉੱਤੇ ਆ ਕੇ ਗੱਲਬਾਤ ਫਸ ਰਹੀ ਹੈ ਕਿ ਖਰੀਦ ਨਹੀਂ ਹੁੰਦੀ। ਜੇਕਰ ਕੋਈ ਬੰਨਵਾ ਮੁੱਲ ਦਿੱਤਾ ਜਾਵੇ ਤਾਂ ਫਿਰ ਕੋਈ ਦਿੱਕਤ ਨਹੀਂ। ਮੈਂ ਹੋਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਜਿਹੜੇ ਸਾਡੇ ਕਾਲਰ ਸਾਡੇ ਨਾਲ ਜੁੜਨਗੇ, ਪਰ ਮਹਿਮਾਨਾਂ ਦਾ ਰੁੱਖ ਕਰ ਲੈਣਾ। ਪ੍ਰੋਫੈਸਰ ਸਾਹਿਬ ਦਾ ਇੱਕ ਵਾਰ ਫਿਰ ਤੋਂ ਰੁੱਖ ਕਰਦਾ। ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਮਨਜੀਤ ਜੀ, ਜਿਹੜਾ ਜ਼ਿਕਰ ਇਸ ਸਮੇਂ ਹੋ ਰਿਹਾ ਹੈ, ਦੇਖੋ ਆਲੂ ਦਾ ਬਹੁਤ ਜ਼ਿਕਰ ਹੁੰਦਾ ਹੈ ਕਿ ਆਲੂ 1 ਰੁਪਿਆ ਵਿਕਦਾ ਹੈ, 50 ਪੈਸੇ ਵਿਕਦਾ ਹੈ, 2 ਰੁਪਏ ਵਿਕਦਾ ਹੈ, ਪਰ ਉਹੀ ਆਲੂ ਆਮ ਲੋਕਾਂ ਤੱਕ 20 ਰੁਪਏ 25 ਰੁਪਏ ਅੱਜ ਕੱਲ ਤਾਂ 50-55 ਰੁਪਏ ਵਿਕ ਰਿਹਾ ਹੈ। ਇਹ ਮੰਡੀ ਸਿਸਟਮ, ਵਿਚੋਲੀਆ ਸਿਸਟਮ ਕੀ ਖਤਮ ਕਰਨ ਦੇ ਵੱਲ ਵਧਣਾ ਚਾਹੀਦਾ ਜਾਂ ਇਸ ਦਾ ਕੋਈ ਬਦਲ ਹੈ? ਹੁਣ ਜੇ ਕਿਸੇ ਕਿਸਾਨ ਨੇ ਇੱਕ ਆਪਣੇ 5 ਏਕੜ ਦੇ ਵਿੱਚ ਆਲੂ ਲਗਾ ਦਿੱਤਾ, ਉਹ ਹਰ ਰੋਜ਼ ਜਾ ਕੇ ਤਾਂ ਮੰਡੀ ਦੇ ਵਿੱਚ ਬੈਠ ਕੇ ਖੁਦਰਾ ਚ ਤਾਂ ਨਹੀਂ ਵੇਚ ਸਕੇਗਾ ਆਲੂ, ਉਹਨੂੰ ਵਪਾਰੀ ਦੀ ਤਾਂ ਲੋੜ ਹੋਏਗੀ। ਉਹ ਪੂਰਾ ਸਿਸਟਮ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਬਹੁਤ ਚੈਲੰਜੇਬਲ ਹੈ, ਉਹਨੂੰ ਹੀ ਚੈਲੰਜ ਕਰਨ ਦੀ ਜ਼ਰੂਰਤ ਹੈ। ਗੌਰਵ ਜੀ, ਪਹਿਲੀ ਗੱਲ ਤੇ ਇਹ ਵੇਖਣ ਵਾਲੀ ਹੈ ਕਿ ਕਿਸਾਨ ਇੰਨੇ ਪੱਕੇ ਤੌਰ ਤੇ ਕਣਕ ਤੇ ਝੋਨੇ ਤੇ ਨਰਮੇ ਨੂੰ ਕਿਉਂ ਚੰਬੜਿਆ ਬੈਠਾ ਆ, ਜਾਂ ਗੰਨੇ ਨੂੰ ਵੀ ਵਿੱਚ ਲਾ ਲਓ। ਇਹ ਇਹੋ ਜਿਹੀਆਂ ਫਸਲਾਂ ਆ ਜਿੱਥੇ ਜਿਹੜੀ ਘੱਟੋ ਘੱਟ ਕੀਮਤ ਕਿਸਾਨ ਨੂੰ ਮਿਲਦੀ ਹੈ। ਜੇ ਨਾ ਮਿਲੇ ਤੇ ਕਿਸਾਨ ਰੌਲਾ ਪਾ ਕੇ ਸਰਕਾਰ ਦੇ ਗਲੇ ਅੰਗੂਠਾ ਦੇ ਕੇ ਇਹ ਕੀਮਤ ਲੈਂਦਾ ਆ, ਤੇ ਨਹੀਂ ਤੇ ਸਰਕਾਰ ਨੂੰ ਪਲਟਾ ਵੀ ਦਿੰਦਾ, ਕੋਈ ਨਵੀਂ ਸਰਕਾਰ ਦੂਜੀ ਪਾਰਟੀ ਦੀ ਲੈ ਆਉਂਦਾ। ਇਹ ਜਿਹੜੀ ਇਸ ਵੇਲੇ ਜਿੰਨੀ ਵੀ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਗੌਰਵ ਜੀ, ਜੋ ਮਾਰਕੀਟਿੰਗ ਦਾ ਮਾਮਲਾ ਸਭ ਤੋਂ ਵੱਧ ਕਿਸਾਨ ਜਿਹੜੀ ਬਾਰ-ਬਾਰ ਉਸ ਗੱਲ ਦੀ ਗੱਲ ਕਰ ਰਹੇ ਕਿ ਪੈਦਾ ਤੇ ਸਾਡੇ ਕੋਲ ਜੋ ਮਰਜ਼ੀ ਕਰਵਾ ਲਓ, ਮਾਰਕੀਟਿੰਗ ਦਾ ਜਿਹੜਾ ਪੂਰੇ ਦਾ ਪੂਰੀ ਸਹਾਰਾ ਦਿੱਤਾ ਸੀ ਉਹ ਕੰਟਰੈਕਟ ਫਾਰਮਿੰਗ ਸਮਝੋ ਤੁਸੀਂ। ਸਰਕਾਰ ਦਾ ਠੇਕਾ ਹੈ, ਸਰਕਾਰ ਦਾ ਵਾਅਦਾ ਹੈ, ਭਰੋਸਾ ਹੈ ਕਿਸਾਨਾਂ ਨੂੰ ਕਿ ਜੇ ਤੁਸੀਂ ਕਣਕ, ਝੋਨਾ, ਗੰਨਾ, ਜੋ ਵੀ ਕਪਾਹ ਇਹੋ ਜਿਹੀ ਬੀਜੋਗੇ ਤੇ ਜੋ ਇਸ ਸਾਲ ਕੀਮਤ ਹੈਗੀ ਅਗਲੇ ਸਾਲ ਉਹਦੇ ਨਾਲੋਂ 150, 150, 200 ਵੱਧ ਤੇ ਹੋ ਸਕਦੀ ਆ, ਉਹਦੇ ਨਾਲੋਂ ਘੱਟ ਨਹੀਂ ਹੋਊਗੀ। ਇਸੇ ਕਰਕੇ ਕਿਸਾਨ ਬਾਰ-ਬਾਰ ਉਹ ਫਸਲ ਬੀਜਦਾ। ਪਰ ਜੇ ਕਿਸਾਨ ਨੂੰ ਇਹ ਭਰੋਸਾ ਦਿੱਤਾ ਜਾਏ ਕਿ ਜਿਸ ਤਰ੍ਹਾਂ 2 ਕਿਸਮ ਦੀਆਂ ਫਸਲਾਂ ਹੁੰਦੀਆਂ, ਇੱਕ ਫਸਲ ਉਹ ਹੁੰਦੀ ਹੈ ਜਿਹੜੀ ਸਟੋਰ ਕੀਤੀ ਜਾ ਸਕਦੀ, ਜਿਹੜੀ ਖਰਾਬ ਨਹੀਂ ਹੁੰਦੀ, 10 ਸਾਲ 5 ਸਾਲ ਵੀ ਰੱਖ ਸਕਦੇ ਆ, ਝੋਨਾ ਜਾਂ ਕਣਕ ਜਾਂ ਅਨਾਜ ਜਿਹਨੂੰ ਕਹਿੰਦੇ ਆ। ਦੂਜੀਆਂ ਫਸਲਾਂ ਉਹ ਹੈ ਜਿਹੜੀਆਂ ਪੈਰੀਸ਼ੇਬਲ ਕ੍ਰੌਪ ਹੈ, ਜਿਨ੍ਹਾਂ ਨੂੰ ਤੁਸੀਂ ਫਲ ਫਰੂਟ ਕਹਿੰਦੇ, ਸਬਜ਼ੀਆਂ, ਟਮਾਟਰ, ਇਹ ਜੇ ਬੀਜੀਆਂ ਜਾਣ ਤਾਂ ਇਹ ਹੋਰ ਵੀ ਇੱਕ ਤੇ ਧਰਤੀ ਨੂੰ ਕਮਜ਼ੋਰ ਨਹੀਂ ਕਰਦੀਆਂ, ਦੂਜਾ ਆ ਕਿ ਇਸ ਲਈ ਮਾਰਕੀਟਿੰਗ ਜਿਹੜੀ ਆ ਉਹ ਤੁਸੀਂ ਕਿਸਾਨ ਸਟੋਰ ਨਹੀਂ ਕਰ ਸਕਦਾ। ਉਸ ਲਈ ਜਿਹੜੀ ਕੋਲਡ ਸਟੋਰੇਜ ਚੇਨ ਹੋਣੀ ਚਾਹੀਦੀ ਆ। ਕੁੱਲ ਮਿਲਾ ਕੇ ਮੈਂ ਸ਼ਾਰਟ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਜੇ ਡਾਈਵਰਸੀਫਾਈ ਕਰਨਾ, ਜੇ ਧਾਨ, ਝੋਨੇ ਦਾ ਤੇ ਕਣਕ ਦਾ ਤੇ ਖੈਰ ਚੱਲਦਾ ਹੀ ਰਹੂਗਾ, ਜੇ ਝੋਨੇ ਦਾ ਹਟਾਉਣਾ ਪੈਣਾ, ਪਾਣੀ ਬਚਾਉਣਾ ਜਾਂ ਪੰਜਾਬ ਦੇ ਕਿਸਾਨ ਨੂੰ ਬਚਾਉਣਾ, ਸਮਾਲ ਤੇ ਮੀਡੀਅਮ ਫਾਰਮਰਸ ਦੇ ਮਾਰਕੀਟਿੰਗ ਕੋਆਪਰੇਟਿਵਸ ਬਣਾਏ ਜਾਣ, ਕਿਸਾਨ ਨੂੰ ਖੁੱਲਾ ਪੈਸਾ ਉਸ ਕੋਆਪਰੇਟਿਵ ਨੂੰ ਦਿੱਤਾ ਜਾਏ ਔਰ ਉਹ ਮਾਰਕੀਟਿੰਗ ਕੋਆਪਰੇਟਿਵਸ ਦੇ ਰਾਹੀਂ ਇੰਟਰਨੈਸ਼ਨਲ ਤੇ ਨੈਸ਼ਨਲ ਮਾਰਕੀਟ ਦਾ ਉਹਨਾਂ ਦਾ ਮੈਂ ਅੱਗੇ ਵਧਾਂ ਇਸ ਚਰਚਾ ਦੇ ਵਿੱਚ, ਮੈਂ ਅੱਗੇ ਵਧਾਂ ਸਰ, ਇੱਕ ਛੋਟਾ ਜਿਹਾ ਸਵਾਲ ਮੇਰਾ ਹੋ ਰਿਹਾ, ਇੱਕ ਹੋਰ ਛੋਟਾ ਜਿਹਾ ਸਵਾਲ ਹੈ। ਦੇਖੋ ਪਿਛਲੇ ਕੁਝ ਦਿਨਾਂ ਦੇ ਵਿੱਚ ਖੇਤੀ ਬਿੱਲਾਂ ਦੇ ਵਿੱਚ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਪੂਰਾ ਇੱਕ ਕਲੌਜ਼ ਦਿੱਤਾ ਗਿਆ, ਉਸ ਨੂੰ ਲੈ ਕੇ ਬੜੀ ਕਿੰਤੂ ਪ੍ਰੰਤੂ ਹੋਏ ਨੇ। ਜੇ ਸਹੀ ਤਰੀਕੇ ਨਾਲ ਕੰਟਰੈਕਟ ਫਾਰਮਿੰਗ ਹੋਵੇ ਜੋ ਵੀ ਖੇਤੀ ਬਿੱਲਾਂ ਦੇ ਵਿੱਚ ਹੈਗਾ, ਕੀ ਇਹ ਉਹ ਬਦਲ ਦੇ ਸਕਦਾ ਹੈ ਇਹ ਕੰਟਰੈਕਟ ਫਾਰਮਿੰਗ ਵਾਲਾ ਪੂਰਾ ਫਾਰਮੂਲਾ, ਜਿਸ ਦੇ ਵਿੱਚ ਜੋ ਵੀ ਅਸੀਂ ਬੀਜੀਏ, ਜੋ ਵੀ ਕਿਸਾਨ ਬੀਜੇ ਤੇ ਉਸ ਦਾ ਸਹੀ ਮੁੱਲ ਉਸ ਨੂੰ ਮਿਲੇ? ਗੌਰਵ, ਦੋ ਗੱਲਾਂ ਅਲੱਗ-ਅਲੱਗ ਹੈ। ਜੇ ਤੇ ਕੋਈ ਪ੍ਰਾਈਵੇਟ ਕਾਰਪੋਰੇਟ ਕਰੂਗਾ, ਉਹ ਕੰਟਰੈਕਟ ਦੇ ਵਿੱਚ ਲਿਖੂਗਾ ਕਿ ਮੈਨੂੰ ਇਸ ਕੁਆਲਿਟੀ ਦੀ ਇਸ ਤਰੀਕ ਨੂੰ ਇੰਨੇ ਕੋਦੇ ਤੇ ਇਨਸੈਕਟੀਸਾਈਡ, ਪੈਸਟੀਸਾਈਡ ਹੋਣੇ ਚਾਹੀਦੇ ਆ, ਜੇ ਦਾਣੇ ਜਾਂ ਸਬਜ਼ੀ ਦੇ ਉੱਤੇ ਇਹਦੇ ਨਾਲ ਵੱਧ ਹੋਏ, ਮਾਰਕੀਟ 'ਚ ਮੇਰਾ ਨਹੀਂ ਵਿਕਣਾ, ਉਹ ਦਾਣਾ ਕਾਲਾ ਨਾ ਹੋਵੇ, ਉਹਦੀ ਮੋਇਸਚਰ ਇੰਨੀ ਹੋਵੇ, ਉਹ ਟੇਢਾ ਨਾ ਹੋਵੇ, ਇਹ ਸਾਰੀਆਂ ਗੱਲਾਂ ਕੰਟਰੈਕਟ 'ਚ ਲਿਖੂਗਾ। ਕਿਸਾਨ ਡਰੀ ਇਸ ਕਰਕੇ ਜਾਂਦਾ ਕਿ ਹੁਣ ਤੇ ਮੇਰਾ ਜਿਹੋ ਜਿਹਾ ਵੀ ਕੱਚਾ ਪਿੱਲਾ ਸਾਰਾ ਚੁੱਕਿਆ ਜਾ ਰਿਹਾ, ਉਹ ਪ੍ਰਾਈਵੇਟ ਕੰਟਰੈਕਟਰ ਨੇ ਨਹੀਂ ਚੁੱਕਣਾ ਜਾਂ ਅੱਧੀ ਕੀਮਤ ਤੇ ਚੁੱਕੂਗਾ, ਉਹ ਇਸ ਗੱਲੋਂ ਡਰਿਆ। ਜੇ ਸਰਕਾਰ ਭਰੋਸਾ ਦੇਵੇ ਕਿ ਜੋ ਠੇਕੇ ਤੇ ਕੀਮਤ ਤੇ ਪ੍ਰਾਈਵੇਟ ਕਰਦਾ
ਸਰਕਾਰ ਉਹਦੀ ਬੈਕਅਪ ਕਰੂਗੀ। ਜੇ ਉਹ ਘੱਟ ਦਿੰਦੇ ਤੇ ਉਹਦਾ ਭਾਵ ਅੰਤਰ ਜਿਸ ਤਰ੍ਹਾਂ ਇੱਕ ਮੱਧ ਪ੍ਰਦੇਸ਼ ਚਲਾਇਆ ਸੀਗਾ ਉਹ ਅਸੀਂ ਪੂਰਾ ਕਰਾਂਗੇ। ਕਿਸਾਨ ਨੂੰ ਅਸੀਂ ਕਿਸਾਨਾ ਨਹੀਂ ਲੱਗਣ ਦਿਆਂਗੇ। ਉਹ ਪ੍ਰਾਈਵੇਟ ਕੰਟਰੈਕਟ ਚੱਲ ਸਕਦੀ ਹੈ। ਅਦਰਵਾਈਜ਼ ਇਹ ਤਜਰਬੇ ਪਹਿਲਾਂ ਕਰਕੇ ਕੰਟਰੈਕਟ ਫਾਰਮਿੰਗ ਦੇ ਪੰਜਾਬ ਦੇ ਵਿੱਚ ਫੇਲ ਹੋ ਚੁੱਕੇ ਬੜੇ ਬੁਰੀ ਤਰੀਕੇ ਨਾਲ। ਗੌਰਵ ਜੀ ਠੀਕ ਹੈ ਮਤਲਬ ਮੈਂ ਸੌਖੇ ਸ਼ਬਦਾਂ ਦੇ ਵਿੱਚ ਜੇਕਰ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹਾਂ ਤਾਂ ਸਿੱਧੀ ਜੀ ਗੱਲ ਹੈ ਕਿ ਆਪਾਂ ਕੋਈ ਵੀ ਚੀਜ਼ ਲੈਣ ਜਾਈਏ ਤਾਂ ਉਸ ਦੇ ਪਿੱਛੇ ਇੱਕ ਗਾਰੰਟੀ ਵਾਲਾ ਪੂਰਾ ਮਾਮਲਾ ਹੁੰਦਾ ਹੈ ਤੇ ਕਿਸਾਨ ਇਹੀ ਕਹਿ ਰਹੇ ਨੇ ਕਿ ਸਰਕਾਰ ਆਪਣੀ ਗਾਰੰਟੀ ਦੇਵੇ ਨਾ ਹਰ ਚੀਜ਼ ਦੀ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਮੈਂ ਆਪਣੇ ਦਰਸ਼ਕਾਂ ਕੋਲ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਦੇ ਕੋਲ ਜਾਵਾਂਗਾ, ਪਰ ਇਸ ਵਿਚਾਲੇ ਇੱਕ ਦਰਸ਼ਕ ਸਾਡੇ ਨਾਲ ਨੇ, ਮਹਿੰਗਾ ਸਿੰਘ ਜੀ ਹਰਿਆਣਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸਰ ਬਹੁਤ ਬਹੁਤ ਸਵਾਗਤ ਹੈ ਮਹਿੰਗਾ ਜੀ ਤੁਹਾਡਾ। ਕੀ ਕਹਿਣਾ ਚਾਹੋਗੇ ਤੁਸੀਂ? ਸਤਿ ਸ੍ਰੀ ਅਕਾਲ ਜੀ ਸਰ। ਸਤਿ ਸ੍ਰੀ ਅਕਾਲ ਜੀ ਸਰ। ਮੈਂ ਇਹ ਕਹਿੰਦਾ ਵੀ ਜ਼ਿਮੀਦਾਰ ਦਾ ਜਿਹੜੇ ਭਾਅ ਫਸਲ ਲੈਂਦੇ ਆ ਤੇ ਉਹੀ ਫਸਲ ਉਸੇ 8 ਤੋਂ 1 ਘੰਟੇ ਬਾਅਦ ਉਲਟੀ ਲੈ 10-12 ਗੁਣੇ ਜ਼ਿਆਦਾ ਲੈਂਦੇ ਆ। ਉਹ ਗਵਰਨਮੈਂਟ ਨੂੰ ਪਤਾ ਨਹੀਂ ਕਿ ਸਾਰੇ ਮੰਤਰੀਆਂ ਨੂੰ, ਸਾਰੇ ਪ੍ਰਧਾਨ ਮੰਤਰੀਆਂ ਨੂੰ, ਸਾਰੇ ਹਿੰਦੁਸਤਾਨ ਨੂੰ ਪਤਾ ਹੈ। ਇਹਦਾ ਵੀ ਕੋਈ ਸਮਾਧਾਨ ਹੋਊਗਾ ਕਿ ਨਹੀਂ? ਠੀਕ ਹੈ, ਮਿਹਰਬਾਨੀ ਜੀ। ਮਤਲਬ ਗੱਲ ਘੁੰਮ ਕੇ ਸ਼ੁਕਰੀਆ ਮਹਿੰਗਾ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜੋ ਕਿਸਾਨ ਹਰ ਚੀਜ਼ ਨੂੰ ਸਮਝਦਾ, ਦੇਖੋ ਹਰ ਚੀਜ਼ ਹਰ ਕਿਸੇ ਨੂੰ ਪਤਾ ਹੁੰਦਾ, ਕਿਸਾਨਾਂ ਨੂੰ ਪਤਾ ਹੈ ਕਿ ਜਿਹੜੀ ਅਸੀਂ ਫਸਲ ਜਾਂ ਅਸੀਂ ਸਬਜ਼ੀ ਜਿਹੜੀ ਇੱਥੇ ਵੇਚ ਕੇ ਜਾ ਰਹੇ ਹਾਂ 10 ਰੁਪਏ ਕਿਲੋ, ਇਹ 1 ਘੰਟੇ ਬਾਅਦ ਇसी ਵਪਾਰੀ ਨੇ 20 ਰੁਪਏ ਕਿਲੋ ਵੇਚ ਦੇਣੀ ਹੈ ਜਾਂ 25 ਰੁਪਏ ਕਿਲੋ ਵੇਚ ਦੇਣੀ ਹੈ ਜਾਂ 15 ਰੁਪਏ ਕਿਲੋ ਵੇਚ ਦੇਣੀ ਹੈ। ਉਹਨੇ ਆਪਣਾ ਮੁਨਾਫਾ ਬੈਠੇ ਬੈਠੇ ਕੁਝ ਸਮੇਂ ਦੇ ਵਿੱਚ ਕਮਾ ਲੈਣਾ। ਕਿ ਵਾਕਈ ਹੀ ਇਹ ਕੋਈ ਬਦਲ ਇਸ ਦਾ ਹੋ ਸਕਦਾ? ਮੈਂ ਇਸ ਦੇ ਉੱਤੇ ਗੱਲਬਾਤ ਕਰਾਂਗਾ। ਸਾਡੇ ਨਾਲ ਜਿਹੜੇ ਕਿਸਾਨ ਜੁੜੇ ਹੋਏ ਨੇ ਮੈਂ ਉਹਨਾਂ ਦਾ ਇੱਕ ਵਾਰ ਫਿਰ ਤੋਂ ਰੁਖ ਕਰਦਾ। ਪੁਰਸ਼ੋਤਮ ਜੀ ਦਾ। ਪੁਰਸ਼ੋਤਮ ਜੀ, ਤੁਸੀਂ ਗੰਨੇ ਤੇ ਆਲੂ ਦਾ ਜ਼ਿਕਰ ਕੀਤਾ ਸੀ। ਕੀ ਤੁਸੀਂ ਕੋਈ ਅਜਿਹਾ ਕੋਸ਼ਿਸ਼ ਕੀਤੀ ਕਿ ਸਿੱਧੇ ਤੌਰ ਦੇ ਉੱਤੇ ਨਾ ਹੋਵੇ, ਕੋਈ ਨਾਲ ਬਦਲ ਚੁਣਿਆ ਜਾਵੇ ਤਾਂ ਕਿ ਤੁਹਾਡੀ ਜਿਹੜੀ ਮੇਨ ਫਸਲ ਹੈ ਉਸ ਦੀ ਵੀ ਤੁਸੀਂ ਬਿਜਾਈ ਕਰ ਸਕੋ ਤੇ ਨਾਲ ਨਾਲ ਉਸ ਦੇ ਨਾਲ ਜਿਵੇਂ ਮੱਖੀ ਪਾਲਣ ਹੋ ਗਿਆ ਜਾਂ ਮੱਛੀ ਪਾਲਣ ਹੋ ਗਿਆ, ਜਿਵੇਂ ਗੁਰਚਰਨ ਜੀ ਸਾਨੂੰ ਦੱਸ ਰਹੇ ਸੀ, ਉਸ ਤਰੀਕੇ ਦਾ ਕੋਈ ਬਦਲ ਚੁਣਿਆ ਹੋਵੇ? ਮੈਂ ਇਹ ਵੀ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਕੋਲਡ ਸਟੋਰੇਜ ਵਾਲੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਕੋਲਡ ਸਟੋਰੇਜ ਦੀ ਅਸੀਂ ਸਹੂਲਤ ਦਵਾਂਗੇ ਜਾਂ ਸੌਖਾ ਕਰ ਦਵਾਂਗੇ ਕਿਸਾਨਾਂ ਦੇ ਲਈ। ਆਲੂ ਨੂੰ ਲੈ ਕੇ ਤੁਸੀਂ ਕੋਈ ਕੋਸ਼ਿਸ਼ ਕੀਤੀ ਸੀ ਕਿ ਕੋਲਡ ਸਟੋਰੇਜ ਦੇ ਵਿੱਚ ਆਲੂ ਅਸੀਂ ਸਟੋਰ ਕਰਕੇ ਰੱਖ ਸਕੀਏ? ਜਿਹੜਾ 50 ਪੈਸੇ ਕਿਲੋ ਅੱਜ ਨਹੀਂ ਵਿਕ ਰਿਹਾ, 6 ਮਹੀਨੇ ਬਾਅਦ ਹੋ ਸਕਦਾ 15 ਰੁਪਏ ਕਿਲੋ ਵਿਕੇ। ਬਿਲਕੁਲ ਸਰ, ਬਿਲਕੁਲ ਜੀ। ਇਹੀ ਤਾਂ ਗੱਲ ਆ ਵੀ ਅਸੀਂ ਸਟੋਰ ਵੀ ਕਰਕੇ ਦੇਖਿਆ, ਪਰ ਉਹ ਸਟੋਰ ਵਾਲੇ ਦੀ ਵੀ ਕੀਮਤ ਇੰਨੀ ਹੋਈ ਵੀ ਬੋਰੀ ਦੇ ਪਿੱਛੇ 200 ਜਾਂ 250 ਰੁਪਈਆ ਉਹ ਦੇਣਾ ਪੈ ਜਾਂਦਾ। ਉਸ ਤੋਂ ਬਾਅਦ ਵਿੱਚ ਫੇਰ ਕੋਈ ਗਰੰਟੀ ਨਹੀਂ ਹੈਗੀ ਕਿ ਉਹਦੇ ਫੇਰ ਕੋਈ ਗਰੰਟੀ ਨਹੀਂ ਹੈਗੀ ਉਸ ਤੋਂ ਬਾਅਦ। ਹੈਲੋ, ਕੁਝ ਕਾਲਿੰਗ ਦੀ ਪ੍ਰੋਬਲਮ ਆ ਰਹੀ ਹੈ ਕੁਝ? ਜੀ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹੈਲੋ ਸਰ, ਮੇਰੇ ਕੋਲ ਕੋਈ ਡਿਸਟਰਬਨ ਹੈ। ਪੁਰਸ਼ੋਤਮ ਜੀ, ਆਵਾਜ਼ ਆ ਰਹੀ ਹੈ ਤੁਹਾਡੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਰੱਖਿਆ ਹੈਗਾ ਆਪਾਂ ਨੇ। ਅੱਛਾ, ਠੀਕ ਹੈ। ਇਹ ਕੋਲਡ ਸਟੋਰ ਦੇ ਵਿੱਚ ਰੱਖਣ ਤੋਂ ਬਾਅਦ ਵੀ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆਈਆਂ, ਜਿਹੜੇ ਕਿ ਹੁਣ ਕੋਲਡ ਸਟੋਰ ਦੇ ਬਾਅਦ ਵਿੱਚ ਵੀ ਕਿਸੇ ਨਾ ਕਿਸੇ, ਮੰਨ ਲਓ 100 ਕੱਟਾ ਅਸੀਂ ਰੱਖ ਦਿੰਦੇ ਹਾਂ ਕਿਸੇ, ਫਿਰ ਵੀ ਉਹ ਕਿਸੇ ਵਪਾਰੀ ਨੂੰ ਦੇਣਾ ਪੈਣਾ, ਜਾਂ ਤਾਂ ਫਿਰ ਸਾਨੂੰ ਰੇਹੜੀਆਂ ਚੱਕ ਕੇ ਪਿੰਡਾਂ ਦੇ ਵਿੱਚ ਘੁੰਮਣਾ ਪੈਣਾ। ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਆਉਂਦੀ। ਇਸ ਤੋਂ ਬਾਅਦ ਜਿਵੇਂ ਕਿ ਭਾਈ ਸਾਹਿਬ ਜਿਨ੍ਹਾਂ ਨੇ ਕਹਿੰਦੇ ਵੀ ਅਸੀਂ ਖੇਤੀ ਦੇ ਵਿੱਚ ਸਕਸੈਸ ਹੋਏ ਹਾਂ, ਹਰ ਇੱਕ ਬੰਦਾ ਇਸ ਚੀਜ਼ ਪਾਸੇ ਨੂੰ ਨਹੀਂ ਜਾ ਸਕਦਾ ਵੀ ਆਪਣੀਆਂ ਕੋਈ ਮੁਰਗੀ ਖਾਨਾ ਖੋਲ੍ਹ ਕੇ ਬੈਠ ਜਾਂਦਾ, ਪੋਲਟਰੀ ਫਾਰਮ, ਜਾਂ ਫਿਰ ਜਿਵੇਂ ਕਹਿੰਦੇ ਆਪਣਾ ਮੱਛੀ ਪਾਲਣ ਦੀ ਗੱਲ ਆ, ਉਹਦੇ ਵਾਸਤੇ ਟੋਭੇ ਤਿਆਰ ਕਰਨੇ ਆ, ਕਿੰਨਾ ਹੀ ਪੈਸਾ ਖਰਚਣਾ ਪੈਣਾ, ਪਹਿਲਾਂ ਇੱਕ ਰਿਸਕ ਤੇ ਲਾਉਣਾ ਬਹੁਤ ਜ਼ਿਆਦਾ, ਕਿਉਂਕਿ ਅਫੋਰਡ ਨਹੀਂ ਕਰਦਾ ਹਰ ਇੱਕ। ਜਿਹੜੇ ਵੱਡੇ ਜ਼ਿਮੀਂਦਾਰ ਹੈ ਜਿਨ੍ਹਾਂ ਕੋਲ 20 ਕਿੱਲੇ ਜਾਂ 25 ਕਿੱਲੇ ਹੈ, ਉਹ ਤਾਂ ਇਹ ਕਰ ਸਕਦੇ ਨੇ, ਪਰ ਜਿਹੜਾ 5 ਤੋਂ 7 ਕਿੱਲਿਆਂ ਵਾਲਾ, ਉਹਨੇ 6 ਮਹੀਨੇ ਬਾਅਦ ਫਸਲ ਦਾ ਪੈਸਾ ਆਉਣਾ, ਆਪਣੇ ਪਰਿਵਾਰ ਨੂੰ ਵੀ ਚਲਾਉਣਾ, ਉਹ ਐਡੇ ਰਿਸਕ ਨਹੀਂ ਲੈ ਸਕਦਾ। ਕਿਉਂਕਿ ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ ਨੇ, ਜਿਹੜੀਆਂ ਕਿ ਹਰ ਵਰਗ ਨੂੰ ਸੋਚਣਾ ਪੈਣਾ ਇਸ ਗੱਲ ਦੇ ਲਈ। ਜਿਵੇਂ ਕਿ ਭਾਈ ਸਾਹਿਬ ਨੇ ਤਾਂ ਬਹੁਤ ਸਾਰੀਆਂ ਗੱਲਾਂ ਗਣਾਤੀਆਂ ਵੀ ਮੈਂ ਬੂਟੇ ਵੀ ਲਾਤੇ ਆ, ਬੂਟੇ ਲਾਤੇ ਨੇ ਖੇਤਾਂ ਵਿੱਚ ਘੱਟੋ ਘੱਟ। ਮੈਂ ਪੁਰਸ਼ੋਤਮ ਜੀ ਇੱਕ ਸਵਾਲ ਹੈ, ਲੋਕ ਵੀ ਜਾਣਨਾ ਚਾਹੁੰਦੇ ਹੋਣਗੇ ਇਸ ਸਵਾਲ ਦਾ ਜਵਾਬ। ਪੁਰਸ਼ੋਤਮ ਜੀ, ਇੱਕ ਸਵਾਲ ਹੈ ਸਾਡਾ। ਦੇਖੋ, ਤੁਸੀਂ ਆਲੂ ਵਾਲੇ ਪੂਰੇ ਸਿਸਟਮ ਦੇ ਵਿੱਚੋਂ ਲੰਘੇ ਹੋ ਕਿ ਆਲੂ ਤੁਸੀਂ ਬੀਜਿਆ, ਉਸ ਦਾ ਤੁਹਾਨੂੰ ਭਾਅ ਨਹੀਂ ਮਿਲਿਆ, ਸਟੋਰ ਕਰਕੇ ਵੀ ਦੇਖ ਲਿਆ। ਤੁਸੀਂ ਜੇਕਰ ਕਿਸਾਨਾਂ ਨੂੰ ਕੋਈ ਬਦਲ ਦੱਸ ਸਕੋ ਕਿ ਜੇਕਰ ਕੋਈ ਆਲੂ ਦੀ ਖੇਤੀ ਕਰ ਰਿਹਾ ਹੈ ਤਾਂ ਕਿਵੇਂ ਉਸ ਨੂੰ ਵੇਚੇ ਤਾਂ ਕਿ ਉਸ ਨੂੰ ਮੁਨਾਫਾ ਸਹੀ ਮਿਲੇ, ਕਿ ਅਗੇਤੀ ਖੇਤੀ ਕਰੇ, ਪਿਛੇਤੀ ਖੇਤੀ ਕਰੇ, ਕੋਈ ਅਜਿਹਾ ਬਦਲ ਹੋਵੇ ਕਿ ਕਿਵੇਂ, ਜਾਂ ਫਿਰ ਆਲੂ ਦੀ ਖੇਤੀ ਕਰੇ ਹੀ ਨਾ? ਨਹੀਂ, ਬਿਲਕੁਲ ਸਰ, ਇੱਦਾਂ ਦੀ ਗੱਲ ਵੀ ਆਲੂ ਦੀ ਖੇਤੀ ਅਸੀਂ ਹੁਣ ਵੀ ਕਰ ਰਹੇ ਹਾਂ।
ਇਹ ਨਹੀਂ ਗੱਲ, ਪਰ ਜਿਹੜੀ ਪੂਰਨ ਤੌਰ ਤੇ ਨਹੀਂ ਕਰ ਰਹੇ ਆ। ਜਿਵੇਂ ਜ਼ਿਆਦਾਤਰ ਤਾਂ ਗੱਲ ਹੈਗੀ ਹੈ ਝੋਨੇ ਤੇ, ਔਰ ਆਪਾਂ ਕਣਕ ਦੀ ਗੱਲ ਕਰਦੇ ਵੀ ਇਹ ਤੋਂ ਬਾਹਰ ਨਿਕਲੀਏ। ਆਲੂ ਨੂੰ ਅਸੀਂ ਨਾਲ ਦੀ ਨਾਲ ਕਰ ਰਹੇ ਹਾਂ, ਤੇ ਸਾਡੇ ਸਿਆਣੇ ਇਹ ਵੀ ਕਹਿੰਦੇ ਆ ਵੀ ਜਿਹੜਾ ਆਲੂ ਦਾ ਡਬੋਇਆ ਹੋਇਆ ਹੁੰਦਾ ਉਹ ਆਲੂ ਉਹਨੂੰ ਉਤਾਰਦਾ ਹੈਗਾ ਹੈ। ਇਹਦੇ ਕਰਕੇ ਨਾਲ ਦੀ ਨਾਲ ਸਾਡੀ ਉਹ ਫਸਲ ਦੇ ਵਿੱਚ ਵੀ ਚੱਲਦਾ ਤੇਲਾਂ ਵਾਲੀਆਂ ਮਤਲਬ ਫਸਲਾਂ ਜਿਵੇਂ ਕਿ ਸਰੋਂ ਹੋ ਗਈ ਹਨਾ, ਆਪਣਾ ਸੂਰਜਮੁਖੀ ਹੋ ਗਈ, ਇਹਨਾਂ ਨੂੰ ਵੀ ਛੋਟੇ ਛੋਟੇ ਪੱਧਰ ਤੇ ਆਪਾਂ ਕਰੀਦਾ। ਤੇ ਵੱਧ ਤੋਂ ਵੱਧ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਵੀ ਜਿਹੜੀਆਂ ਤੁਸੀਂ ਆਪਣੀਆਂ ਖਾਣ ਵਾਸਤੇ ਜਿਹੜੀਆਂ ਬਾਹਰ ਤੇ ਦੁਕਾਨਾਂ ਤੋਂ ਖਰੀਦਦੇ ਆ, ਛੋਟੀਆਂ ਮੇਰੇ ਕੋਲ ਦਾਲਾਂ ਹੈਗੀਆਂ ਨੇ, ਉਹ ਸਾਰੀਆਂ ਘੱਟੋ ਘੱਟ ਆਪਣੇ ਜੋਗੀਆਂ ਤਾਂ ਲਾਉਣ। ਬਹੁਤ ਸਾਰੇ ਕਿਸਾਨ ਵੀਰ ਹੈਗੇ ਜਿਹੜੇ ਸਾਡੇ ਨਹੀਂ ਲਾਉਂਦੇ। ਇਹ ਹਰ ਇੱਕ ਚੀਜ਼ ਨੂੰ ਮਤਲਬ ਕਿ ਬਾਗਬਾਨੀ ਟੈਪ ਮੈਂ ਤਾਂ ਖੁਦ ਆਪਣੇ ਲੈਵਲ ਤੇ ਚਲਾ ਰਿਹਾ, ਪਰ ਜਾਨੀ ਕੁਝ ਜ਼ਿਆਦਾਤਰ ਗੱਲ ਫਿਰ ਤੁਹਾਡੀ ਉੱਥੇ ਆ ਜਾਂਦੀ ਮੁੜ ਕੇ ਵੀ ਆਪਾਂ ਝੋਨੇ ਯਾਰ ਕਣਕ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਆ। ਸ਼ੋਰਟੀ ਨਹੀਂ ਨਾ ਹੈਗੀ, ਉਹ ਰਿਸਕ ਭਰਾ ਸਾਰੇ ਦਾ ਸਾਰੇ ਹੀ ਕੰਮ। ਇਹਦੇ ਵਿੱਚ ਜਿਵੇਂ ਕਿ ਸਾਡੇ ਵੀਰ ਜੁੜੇ ਸੀਗੇ ਜਿਹੜੇ ਕਿਹੜੇ ਹੁਣ ਕਹਿੰਦੇ ਵੀ ਚਾਹੇ ਸਾਡਾ ਕਾਲਾ ਦਾਣਾ ਹੈ ਚਾਹੇ ਕੁਝ ਵੀ ਹੈ, ਇਸ ਸਮੇਂ ਸਰਕਾਰ ਚੱਕ ਰਹੀ ਹੈ। ਪਹਿਲਾਂ ਤਾਂ ਗੱਲ ਇਹ ਹੈਗਾ ਵੀ ਸਾਨੂੰ ਜਿਹੜੀ ਕਿ ਸਵਾਮੀਨਾਥਨ ਰਿਪੋਰਟ ਮਿਲਣੀ ਚਾਹੀਦੀ ਸੀਗੀ, ਸਵਾਮੀਨਾਥਨ ਰਿਪੋਰਟ ਦੇ ਅਕੋਰਡਿੰਗ ਸਾਨੂੰ ਮੁੱਲ ਮਿਲਣੇ ਚਾਹੀਦੇ, ਤੇ ਪਹਿਲਾਂ ਤਾਂ ਉਹੀ ਨਹੀਂ ਮਿਲਦੇ। ਉਹਦੇ ਵਿੱਚ ਵੀ ਪਹਿਲਾਂ ਅੱਧ ਵਿੱਚ ਬੈਠੇ ਆ, ਮਰੇ ਹੋਏ ਤਾਂ ਪਹਿਲਾਂ ਹੀ ਆ, ਉਲਟਾ ਹੋਰ ਜਿਹੜੇ 4 ਪੈਸੇ ਕੋਲ ਹੈਗੇ ਉਹਨੂੰ ਵੀ ਅਸੀਂ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਪਰਸ਼ੋਤਮ ਜੀ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸ਼ੋਰਟੀ ਦੋ ਨਾ, ਤੁਸੀਂ ਕਿਸਾਨਾਂ ਨੂੰ ਸ਼ੋਰਟੀ ਦਵੋ ਕਿ ਹਾਂ ਤੁਹਾਡੀ ਜਿਹੜੀ ਫਸਲ ਅਸੀਂ ਖਰੀਦਾਂਗੇ ਜਾਂ ਕੋਈ ਵੀ ਖਰੀਦੇਗਾ ਇਸ ਰੇਟ ਤੋਂ ਥੱਲੇ ਨਹੀਂ ਹੋਏਗਾ। ਹੁਣ ਮਟਰ ਦਾ ਹੀ ਅਸੀਂ ਜ਼ਿਕਰ ਕਰ ਲਈਏ, 100 ਰੁਪਏ 140 150 200 ਰੁਪਏ ਤੱਕ ਵੀ ਵਿਕ ਜਾਂਦਾ ਹੈ। ਫਿਰ ਜਦੋਂ ਬਿਲਕੁਲ ਸੀਜ਼ਨ ਆ ਜਾਂਦਾ ਇੱਥੇ 10 ਰੁਪਏ 15 ਰੁਪਏ 20 ਰੁਪਏ ਕਿਲੋ ਵਿਕ ਰਿਹਾ ਹੁੰਦਾ, ਤੇ ਫਿਰ ਕਿਸਾਨਾਂ ਦੇ ਪੱਲੇ ਕੀ ਜਾ ਰਿਹਾ ਹੋਏਗਾ ਉਹ ਸਮਝਿਆ ਜਾ ਸਕਦਾ, ਕਿਉਂਕਿ ਕਈ ਹੱਥਾਂ ਦੇ ਵਿੱਚੋਂ ਨਿਕਲਿਆ ਹੁੰਦਾ। ਪਰਸ਼ੋਤਮ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਮੈਂ ਗੁਰਚਰਨ ਜੀ ਦਾ ਰੁਖ ਕਰਾਂ। ਉਸ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਨੇ, ਸੁਖਬੀਰ ਜੀ ਸਾਡੇ ਨਾਲ ਜੁੜ ਰਹੇ ਨੇ ਕੁਰੂਕਸ਼ੇਤਰ ਤੋਂ। ਸੁਖਬੀਰ ਜੀ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਸੁਖਬੀਰ ਬੋਲਦਾ ਜੀ, ਢੇਵੇ ਤੋਂ ਕੁਰੂਕਸ਼ੇਤਰ ਤੋਂ। ਉਹ ਹੈਲੋ ਜੀ ਹਾਂਜੀ, ਮਟਰਾਂ ਦਾ ਬੀਜ, ਹਾਂਜੀ ਮਟਰਾਂ ਦਾ ਬੀਜ 125 ਰੁਪਏ ਹੋਇਆ ਕਿਲੋ, ਤੇ ਵਿਕਣੇ 5 ਰੁਪਏ 10 ਰੁਪਏ ਵਿਕਣੇ ਆ ਜੀ। ਹੈਲੋ ਹੈਲੋ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਗੱਲ ਕੰਪਲੀਟ ਕਰ ਲਓ ਆਪਣੀ। ਹਾਂਜੀ, ਮਟਰਾਂ ਦਾ ਜਦੋਂ ਰੇਟ 10 ਰੁਪਏ 15 ਰੁਪਏ 5 ਰੁਪਏ 10 ਰੁਪਏ ਵਿਕਣੇ ਆ ਜੀ, 5 ਰੁਪਏ ਕੜਾਈ ਵਾਲੀਆਂ ਲੈ ਜਾਂਦੀਆਂ, ਉਹ ਚ ਵੀ ਕੀ ਬਚਣਾ ਜੀ ਮਟਰਾਂ ਚ। ਹੈਲੋ, ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਦਰਸ਼ਕ ਸਾਡੇ ਜੁੜ ਰਹੇ ਨੇ, ਵੱਖ-ਵੱਖ ਫਸਲਾਂ ਦਾ ਵੀ ਜ਼ਿਕਰ ਹੋ ਰਿਹਾ। ਦੇਖੋ ਬਹੁਤ ਸਾਰਥਕ ਚਰਚਾ ਇਹ ਲਾਜ਼ਮੀ ਤੌਰ ਤੇ ਹੈ ਕਿ ਅਸੀਂ ਇੱਕ ਫਸਲ ਤੱਕ ਨਹੀਂ, ਇੱਥੇ ਮੱਖੀ ਪਾਲਣ, ਮੱਛੀ ਪਾਲਣ, ਗੰਨਾ, ਆਲੂ, ਮਟਰ ਸਭ ਦਾ ਜ਼ਿਕਰ ਹੋਇਆ ਕਣਕ ਝੋਨੇ ਦੇ ਨਾਲ ਨਾਲ। ਗੁਰਚਰਨ ਜੀ ਦਾ ਮੈਂ ਰੁਖ ਕਰਦਾ। ਗੁਰਚਰਨ ਜੀ ਜਿਹੜਾ ਜ਼ਿਕਰ ਕਰ ਰਹੇ ਸੀ ਪਰਸ਼ੋਤਮ ਜੀ ਜਿਹੜੇ ਸਾਡੇ ਨਾਲ ਦੂਜੇ ਗੈਸਟ ਜੁੜੇ ਹੋਏ ਨੇ, ਉਹ ਕਹਿ ਰਹੇ ਨੇ ਪੋਸੀਬਲ ਨਹੀਂ ਹੈ ਕਿ ਹਰ ਕਿਸਾਨ ਇਸ ਤਰੀਕੇ ਦੇ ਨਾਲ ਡਾਇਵਰਸਿਫਿਕੇਸ਼ਨ ਦੇ ਵੱਲ ਚਲਾ ਜਾਵੇ ਜਾਂ ਫਿਰ ਆਪਣਾ ਪੋਲਟਰੀ ਫਾਰਮ ਖੋਲ ਕੇ ਬੈਠ ਜਾਏ। ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਹਾਂ ਕਿ ਜਿਨ੍ਹਾਂ ਕੋਲ 2 ਏਕੜ ਜ਼ਮੀਨ ਹੈ, ਜਿਨ੍ਹਾਂ ਕੋਲ 3 ਏਕੜ ਜ਼ਮੀਨ ਹੈ, ਉਹ 6 ਮਹੀਨੇ ਆਪਣੀ ਫਸਲ ਪਾਲਦੇ ਨੇ, ਉਸ ਦੇ ਨਾਲ ਹੀ ਉਹਨਾਂ ਦਾ ਪੂਰਾ ਪਰਿਵਾਰ ਚੱਲਦਾ ਹੈ। ਉਹਨਾਂ ਦੇ ਲਈ ਕੀ ਆਪਸ਼ਨ ਤੁਹਾਡੇ ਨਜ਼ਰ ਦੇ ਵਿੱਚ ਕੋਈ ਹੈ? ਤੁਸੀਂ ਅੱਜ ਸਕਸੈਸਫੁਲ ਹੋ, ਤੁਹਾਡਾ ਕੀ ਸੰਦੇਸ਼ ਹੈ ਕਿ ਜਿਨ੍ਹਾਂ ਕੋਲ 2 ਏਕੜ 3 ਏਕੜ 4 ਏਕੜ ਜ਼ਮੀਨ ਹੈ? ਗੌਰਵ ਜੀ, ਮੈਂ ਇਹ ਗੱਲ ਕਹਿਣਾ ਵੀ ਅਸੀਂ ਗੁਰੂ ਨਾਨਕ ਦੇਵ ਦੇ ਪੁੱਤਰਾਂ ਜਿਨ੍ਹਾਂ ਨੇ 18 ਸਾਲ ਖੇਤੀ ਕੀਤੀ ਕਰਤਾਰਪੁਰ ਵਿੱਚ ਰਹਿ ਕੇ, ਉੱਤਮ ਖੇਤੀ ਕਿਹਾ ਗੁਰਬਾਣੀ ਦੇ ਵਿੱਚ। ਜਿਹੜੇ ਜ਼ਿਮੀਂਦਾਰ ਕੋਲੇ 2 ਕਿੱਲੇ ਜ਼ਮੀਨ ਹੈ, ਅੱਜ ਪੰਜਾਬ ਦੇ ਵਿੱਚ ਘੱਟ ਤੋਂ ਘੱਟ 36000 ਰੁਪਇਆ ਠੇਕਾ ਹੈ, ਉਹਨੂੰ 200 ਰੁਪਇਆ ਦਿਨ ਚੜ੍ਹਦੇ ਨੂੰ ਉਹਦੀ ਜੇਬ 'ਚ ਪੈ ਜਾਣਾ ਹੈ। ਕੀ ਉਹ 200 ਰੁਪਏ ਦਾ ਕੋਈ ਸਮਾਨ ਖਰੀਦ ਕੇ ਉਹਦਾ 300 ਬਣਾ ਸਕਦਾ ਹੈ? ਇਹ ਸਾਡੀ ਇੱਕ ਦੁਰਦਸ਼ਾ ਹੈ। ਗੁਰੂ ਰਾਮਦਾਸ ਦੀ ਨਾਨੀ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੀ ਪੁੱਤ ਸਾਡੇ ਪਿੰਡ ਵਿੱਚ ਮੰਗਣ ਦਾ ਰਿਵਾਜ ਨਹੀਂ ਅਤੇ ਕੰਮ ਕਰਨਾ ਕੋਈ ਮਿਹਣਾ ਨਹੀਂ। ਸਾਡੀ ਦੁਰਦਸ਼ਾ ਇਹ ਹੋ ਗਈ ਵੀ ਅਸੀਂ ਨਾਲੇ ਆਲੂ ਬੀਜੀ ਜਾਂਦੇ ਆ, ਨਾਲੇ ਸਰਕਾਰਾਂ ਦਾ ਢਿੱਡ ਭਰੀ ਜਾਂਦੇ ਆ, ਨਾਲੇ ਲੋਕਾਂ ਦਾ ਭਰਦੇ ਆ। ਅਬਦੁਲ ਕਲਾਮ ਨੇ ਇੱਕ ਗੱਲ ਕਹੀ ਸੀ ਵੀ 2020 ਤੱਕ ਸਾਡੀ ਜਨਸੰਖਿਆ ਦੁੱਗਣੀ ਹੋ ਜਾਊਗੀ ਤੇ ਸਾਨੂੰ ਦੁੱਗਣੇ ਅਨਾਜ ਦੀ ਲੋੜ ਹੈ। ਮੈਂ ਇੱਕ ਗੱਲ ਕਹਿਣਾ ਵੀ ਜੇ ਆਲੂ ਵਿਕਦੇ ਨਹੀਂ ਤਾਂ ਸਾਨੂੰ ਆਲੂ ਨਹੀਂ ਬੀਜਣੇ ਚਾਹੀਦੇ। ਜੇ ਸਾਡਾ ਗੰਨਾ ਵਿਕਦਾ ਨਹੀਂ ਤਾਂ ਸਾਨੂੰ ਗੰਨਾ ਨਹੀਂ ਬੀਜਣਾ ਚਾਹੀਦਾ। ਸਾਨੂੰ ਜੇ ਗਮਾਰੇ ਦਾ ਰੇਟ ਹੋ ਗਿਆ ਲੋਕਾਂ ਨੇ ਗਮਾਰਾ ਬੀਜ ਲਿਆ। ਸਾਨੂੰ ਜੇ ਅਸੀਂ ਆਖੀਏ ਵੀ ਸਾਨੂੰ ਰਾਸ਼ਟਰਪਤੀ ਕੁਛ ਦੇਊਗਾ ਜਾਂ ਸਾਨੂੰ ਪ੍ਰਧਾਨ ਮੰਤਰੀ ਦੇਊਗਾ, ਨਾ ਤਾਂ ਪ੍ਰਧਾਨ ਮੰਤਰੀ ਦੁਕਾਨ ਕਰਦਾ ਹੈ ਅਤੇ ਨਾ ਰਾਸ਼ਟਰਪਤੀ ਹਾਲ ਜੋੜਦਾ ਹੈ। ਸਾਡੇ ਟੈਕਸਾਂ ਤੋਂ ਸਾਡੀਆਂ ਚੀਜ਼ਾਂ ਲੈ ਕੇ ਤਾਂ ਉਹਨਾਂ ਦੀ ਸਿਕਿਉਰਟੀਆਂ ਚੱਲਦੀਆਂ। ਅਸੀਂ ਸਰਕਾਰਾਂ ਕੰਨੀ ਮਤਲਬ ਮੰਗਣ ਦੀ ਭੁੱਖ ਕਰਦੇ ਹਾਂ। ਪਰ ਮੈਂ ਕਿਸਾਨ, ਛੋਟੇ ਕਿਸਾਨਾਂ ਨੂੰ ਕਹਿਣਾ ਵੀ ਉਹ ਆਪਣੀਆਂ ਉਸ ਹਿਸਾਬ ਨਾਲ ਸਬਜ਼ੀਆਂ ਜਾਂ ਕੋਈ ਵੀ ਕੰਮ ਕਰਦੇ ਨੇ, ਜੇ ਉਹ 10 ਬਕਸੇ ਮੱਖੀਆਂ ਦੇ ਰੱਖ ਸਕਦੇ ਨੇ। ਜੇ ਪਹਿਲਾਂ ਸਾਡੇ ਘਰਾਂ ਦੇ ਵਿੱਚ
ਆਮ 2 ਪਸ਼ੂ ਹੁੰਦੇ ਸੀ, 2 ਉਹਦੇ ਨਾਲ ਝੋਟੀਆਂ ਪਲ ਜਾਂਦੀਆਂ ਸੀ। ਤੇ ਜੇ ਇੱਕ ਜ਼ਿਮੀਂਦਾਰ ਦੇ 2 ਕਿੱਲੇ ਸੀ ਤਾਂ ਇੱਕ ਟਾਹਲੀ ਜਾਂ ਇੱਕ ਮਤਲਬ ਵੀ ਕਿੱਕਰ ਵਿੱਚ ਪਲ ਜਾਇਆ ਕਰਦੀ ਸੀ। ਅਸੀਂ ਰੁੱਖ ਵੀ ਪੱਟਣੇ ਬੰਦ ਨਹੀਂ ਛੱਡੇ, ਅਸੀਂ ਘਰਾਂ 'ਚ ਪਸ਼ੂ ਵੀ ਰੱਖਣੇ ਬੰਦ ਕਰਤੇ। ਇਸ ਕਰਕੇ ਸਾਡੇ ਘਰੇ 2 ਮੁਰਗੀਆਂ ਹੁੰਦੀਆਂ ਸੀ ਹਰੇਕ ਦੇ ਘਰੇ। ਅਗਲਾ ਕਹਿੰਦੀ ਘਰ ਦੀ ਮੁਰਗੀ ਦਾਲ ਬਰੋਬਰ। ਇਹ ਸਾਰਾ ਕੁਝ ਸਾਨੂੰ ਉੱਥੇ ਆਉਣਾ ਪਊਗਾ। ਆਹ ਬਿਮਾਰੀ ਆਈ ਕਰੋਨਾ ਦੀ, ਮੈਂ ਕਹਿੰਦਾ ਇਹਨੇ ਜ਼ਿਮੀਂਦਾਰ ਦਾ ਬਹੁਤ ਫਾਇਦਾ ਕਰਿਆ ਹੈ। ਮੈਂ ਤਾਂ ਇਹ ਗੱਲ ਕਹਿੰਦਾ ਵੀ ਇਸ ਜਦੋਂ ਬਿਮਾਰੀ ਆਈ ਤਾਂ ਹਰੇਕ ਜ਼ਿਮੀਂਦਾਰ ਦੇ ਪੁੱਤ ਨੇ ਆਪਦੇ ਘਰੇ ਸਬਜ਼ੀ ਲਾਈਆਂ, ਆਪਦੇ ਘਰੇ ਮਤਲਬ ਕੱਦੂਆਂ ਦੇ ਵੇਲਾਂ ਲਾਈਆਂ। ਉਹਨੇ ਮੰਡੀ ਜਾਣਾ, ਸ਼ਹਿਰ ਜਾਣਾ ਬੰਦ ਕਰਤਾ ਤੇ ਜ਼ਿਮੀਂਦਾਰ ਦਾ ਕਾਫੀ ਫਾਇਦਾ ਹੋਇਆ ਕਰੋਨਾ। ਕਿਹਾ ਜਾਂਦਾ ਗੁਰਚਰਨ ਜੀ ਇਹ ਪਰ ਅਸੀਂ ਕੀ ਹੈ, ਅਸੀਂ ਸਾਰਾ ਠੀਕ ਹੈ। ਮੇਰੇ ਕੋ ਸਮਾਂ ਖਤਮ ਹੋ ਚੱਲਿਆ। ਮੈਂ ਪ੍ਰੋਫੈਸਰ ਸਾਹਿਬ ਦਾ ਇੱਕ ਛੋਟਾ ਜਿਹਾ ਕਮੈਂਟ ਲੈਣਾ। ਪ੍ਰੋਫੈਸਰ ਸਾਹਿਬ ਪੂਰਾ ਨਿਚੋੜ ਜੇਕਰ ਤੁਸੀਂ ਅੱਜ ਦੀ ਚਰਚਾ ਤੋਂ ਦੱਸ ਸਕੋ। ਅਸੀਂ ਕੋਸ਼ਿਸ਼ ਬਹੁਤ ਕੀਤੀ ਹੈ ਕਿ ਸਾਰਥਕ ਗੱਲਬਾਤ ਕਰ ਸਕੀਏ। ਕੋਈ ਬਦਲ ਨਜ਼ਰ ਆਉਂਦਾ ਹੈ ਕਿ ਇਹਨਾਂ ਦੇ ਉੱਤੇ ਫੋਕਸ ਕੀਤਾ ਜਾਵੇ ਕਿਸਾਨਾਂ ਦੇ ਵੱਲੋਂ? ਸਰਕਾਰਾਂ ਜੋ ਕਰ ਰਹੀਆਂ ਇੱਕ ਸਾਈਡ ਦੇ ਉੱਤੇ ਰੱਖਦੀ ਹੈ, ਖੇਤੀ ਬਿੱਲ ਹੈਗੇ ਨੇ, ਉਹਨਾਂ ਦਾ ਵਿਰੋਧ ਹੈਗਾ, ਉਹਨਾਂ ਦਾ ਸਮਰਥਨ ਹੈਗਾ, ਸਭ ਇੱਕ ਸਾਈਡ ਰੱਖਦੀ ਹੈ। ਇਹਦਾ ਬਦਲ ਗੌਰਵ ਜੀ ਇੱਕੋ ਹੀ ਹੈਗਾ। ਦੁਨੀਆ ਦਾ ਤਜਰਬਾ ਇਹ ਹੈ, ਮੈਂ ਬਾਰ-ਬਾਰ ਗੱਲ ਕਹਿਣਾ, ਭਾਵੇਂ ਉਹ ਅਮਰੀਕਨ ਖੇਤੀ ਆ, ਭਾਵੇਂ ਯੂਰਪ ਦੀ ਖੇਤੀ ਹੈਗੀ ਹੈ, ਉੱਥੇ ਵੀ ਉਹਨਾਂ ਦੀਆਂ ਸਰਕਾਰਾਂ ਉਹਨਾਂ ਦੇ ਫਾਰਮਰ ਦੀ ਪਿੱਠ ਪਿੱਛੇ ਖੜਦੀਆਂ ਆ। ਔਰ ਜੋ ਮਾਰਕੀਟ ਕੀਮਤ ਹੁੰਦੀ ਹੈ ਕਿਸੇ ਵੀ ਫਸਲ ਦੀ, ਕਈ ਵਾਰੀ ਉਹਦੇ ਨਾਲੋਂ 3 ਗੁਣਾ ਉਹਨਾਂ ਨੂੰ ਕੀਮਤ ਸਰਕਾਰਾਂ ਦਿੰਦੀਆਂ ਆ। ਯਾਨੀ 300% ਜਿਹੜੀ ਆ ਸਬਸਿਡਾਈਜ਼ ਕੀਤਾ ਜਾਂਦਾ। ਸਾਡੇ ਵੀ ਇੱਥੇ ਗੱਲਾਂ ਤੇ ਬਹੁਤ ਕਰਦੇ ਆ, ਉਹ ਜਿਹੜੀ ਮਾੜਾ ਮੋਟਾ ਉਹਨਾਂ ਨੂੰ MSP ਮਿਲਦੀ ਆ ਉਹਦੇ ਤੋਂ ਵੀ ਸਰਕਾਰਾਂ ਪਰਾਂ ਹੋਈ ਜਾਂਦੀਆਂ, ਖਿਸਕੀ ਜਾਂਦੀਆਂ। ਇੱਥੇ ਦਾ ਕਿਸਾਨ ਬਹੁਤ ਬੁਰੇ ਤਰੀਕੇ ਨਾਲ ਤਬਾਹ ਹੋਣ ਵਾਲਾ। ਜੇ ਕਿਸਾਨਾਂ ਨੂੰ ਜੋ ਵੀ ਉਹ ਬੀਜਣ ਲਈ ਤਿਆਰ ਆ, ਭਾਵੇਂ ਉਹਨਾਂ ਵੱਲੋਂ ਕੁਝ ਵੀ ਬਿਜਵਾ ਲਓ, ਉਹ ਕਿਸਾਨਾਂ ਦੀ ਕੋਈ ਮੈਂ ਇਹਦੇ ਚ ਦੋਸ਼ ਨਹੀਂ ਮੰਨਦਾ, ਪਰ ਉਹ ਵੇਚਣ ਕਿੱਥੇ? 2-2 ਏਕੜ ਵਾਲੇ, 4-4 ਏਕੜ ਵਾਲੇ ਉਹ ਕਲਕੱਤੇ ਥੋੜੀ ਆਪਣੇ ਆਲੂ ਲੈ ਕੇ ਚਲੇ ਜਾਣਗੇ, ਜਾਂ ਉਹ ਆਪਣੇ ਟਮਾਟਰ ਬੰਬਈ ਥੋੜੀ ਲੈ ਜਾਣਗੇ। ਪਹਿਲੇ ਹੀ ਸੈਗਮੈਂਟ ਵਿੱਚ ਤੁਹਾਨੂੰ ਇਹ ਗੱਲ ਕਹੀ ਸੀ, ਇਹਨਾਂ ਨੂੰ ਕੋਆਪਰੇਟਿਵਸ ਬਣਾਏ ਜਾਣ, ਮਾਰਕੀਟਿੰਗ ਕੋਆਪਰੇਟਿਵ, ਉਹਦੇ ਵਿੱਚ ਪ੍ਰੋਡਕਸ਼ਨ ਕੋਆਪਰੇਟਿਵਸ ਪਹਿਲਾਂ ਹੈਗੇ ਆ, ਉਹਨਾਂ ਨੂੰ ਲੋਨ ਦਿੱਤਾ ਜਾਏ, ਫੰਡ ਦਿੱਤਾ। ਮੈਂ ਚੀਨ ਚ ਦੇ ਕੇ ਖੇਤੀ ਦੇ ਕੇ ਆਇਆ, ਉੱਥੇ ਪੌਲੀ ਹਾਊਸ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਇਨਕਮ ਕਰ ਸਕਦੇ ਆ। ਉਹਦੇ ਚ ਤੁਹਾਨੂੰ ਇਨਸੈਕਟੀਸਾਈਡ, ਪੈਸਟੀਸਾਈਡ, ਵੀਡੀਸਾਈਡ ਵੀ ਘੱਟ ਪਾਉਣੇ ਪੈਂਦੇ ਜਾਂ ਨਹੀਂ ਪਾਉਣੇ ਪੈਂਦੇ। ਕੁੱਲ ਮਿਲਾ ਕੇ ਮੇਰਾ ਹੈ ਕਿ ਜੇ ਸਰਕਾਰ ਦੀ ਨੀਅਤ ਤੇ ਨੀਤੀ ਚੰਗੀ ਹੋਏ, ਕਿਸਾਨ ਵੀ ਬਚਾਏ ਜਾ ਸਕਦੇ ਆ ਔਰ ਖੇਤੀ ਵੀ ਬਚਾਈ ਜਾ ਸਕਦੀ ਹੈ, ਤੇ ਬਹੁਤ ਸਾਰੀ ਆਮਦਨ ਖੇਤੀ ਚੋਂ ਵਧਾਈ ਜਾ ਸਕਦੀ ਹੈ ਜੇ ਉਹਨਾਂ ਦੀ ਮਾਰਕੀਟਿੰਗ ਇੰਸ਼ੋਰ ਕਰਤੀ ਜਾਏ, ਔਰ ਬਿਨਾਂ ਸਰਕਾਰ ਤੋਂ ਕੋਈ ਨਹੀਂ ਕਰ ਸਕਦਾ। ਬਿਲਕੁਲ। ਤਾਂ ਬਿਲਕੁਲ ਮਤਲਬ ਮਾਰਕੀਟਿੰਗ ਦੇ ਉੱਤੇ ਆ ਕੇ ਸਭ ਕੁਝ ਜ਼ਰੂਰ ਟਿਕਦਾ ਹੈ, ਛੋਟੀ ਦੇ ਉੱਤੇ ਆ ਕੇ ਜ਼ਰੂਰ ਟਿਕਦਾ ਹੈ। ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਹਾਡਾ। ਗੁਰਚਰਨ ਜੀ ਤੁਹਾਡਾ ਵੀ ਬਹੁਤ ਧੰਨਵਾਦ, ਤੇ ਪੁਰਸ਼ੋਤਮ ਜੀ ਤੁਹਾਡਾ ਵੀ ਧੰਨਵਾਦ। ਸਾਡੇ ਨਾਲ ਸਾਡੇ ਦਰਸ਼ਕ ਕਾਲਿੰਗ ਦੇ ਜ਼ਰੀਏ ਵੀ ਜੁੜੇ ਸੀ, ਉਹਨਾਂ ਦਾ ਵੀ ਬਹੁਤ ਧੰਨਵਾਦ। ਇਸ ਪੂਰੀ ਚਰਚਾ ਦਾ ਨਿਚੋੜ 2 ਚੀਜ਼ਾਂ ਦੇ ਉੱਤੇ ਨਿਕਲਦਾ ਹੈ। ਇੱਕ ਕਿ ਮਾਰਕੀਟਿੰਗ ਕੌਣ ਕਰ ਰਿਹਾ ਹੈ, ਕਿ ਸਰਕਾਰ ਮਾਰਕੀਟਿੰਗ ਦੇ ਉੱਤੇ ਨਜ਼ਰ ਰੱਖ ਰਹੀ ਹੈ ਜਾਂ ਨਹੀਂ, ਤੇ ਦੂਜਾ ਛੋਟੀ, ਜੇਕਰ ਤੁਹਾਨੂੰ ਆਪਣੇ ਸਮਾਨ ਵਿਕਣ ਦੀ, ਉਸ ਦਾ ਸਹੀ ਮੁੱਲ ਮਿਲਣ ਦੀ ਗਾਰੰਟੀ ਮਿਲੇਗੀ ਤਾਂ ਫਿਰ ਕੋਈ ਦਿੱਕਤ ਹੀ ਨਹੀਂ। ਫਿਰ ਤੁਸੀਂ ਉਹੀ ਵੇਚੋਗੇ ਜੋ ਸੌਖਾ ਹੋਵੇ ਬੀਜਣਾ, ਜਿਸ ਦੇ ਉੱਤੇ ਪਾਣੀ ਜਾਂ ਫਿਰ ਹੋਰ ਮਿਹਨਤ ਘੱਟ ਲੱਗੇ, ਤੇ ਉਸ ਤੋਂ ਬਾਅਦ ਉਸ ਦਾ ਸਹੀ ਮੁੱਲ ਮਿਲੇ। ਪਰ ਇਸ ਸਭ ਦੇ ਵਿਚਾਲੇ ਗੁਰਚਰਨ ਜੀ ਜੋ ਸਾਡੇ ਨਾਲ ਜੁੜੇ ਹੋਏ ਨੇ, ਜਾਂ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਸੀ, ਉਹ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ ਗੱਲ ਕਰਦੇ ਨਜ਼ਰ ਆਏ ਨੇ। ਇਹ ਬਹੁਤ ਇੰਪੋਰਟੈਂਟ ਹੈ ਕਿ ਸਾਡੇ ਕੋਲ 2 ਏਕੜ ਹੈ, 3 ਏਕੜ ਹੈ, 5 ਏਕੜ ਹੈ, ਜਾਂ ਫਿਰ ਜਿੰਨੀ ਵੀ ਜ਼ਮੀਨ ਹੈ, ਇਹ ਜ਼ਰੂਰ ਅਸੀਂ ਸੋਚੀਏ ਕਿ ਉਸ ਦੇ ਵਿੱਚੋਂ ਕੱਢੀਏ ਕੀ, ਉਸ ਦੇ ਵਿੱਚ ਖੇਤੀ ਕਿਵੇਂ ਕਰੀਏ। ਔਖਾ ਜ਼ਰੂਰ ਹੈ, ਪਰ ਅਸੀਂ ਅਪੀਲ ਜ਼ਰੂਰ ਕਰਾਂਗੇ ਕਿ ਇਸ ਚਰਚਾ ਨੂੰ ਤੁਸੀਂ ਵਾਰ-ਵਾਰ ਸੁਣਿਓ। ਗੁਰਚਰਨ ਜੀ ਦੀਆਂ ਗੱਲਾਂ ਨੂੰ ਪੁਰਸ਼ੋਤਮ ਜੀ ਨੇ ਕੀ ਕਿਹਾ ਜਾਂ ਪ੍ਰੋਫੈਸਰ ਸਾਹਿਬ ਨੇ ਕੀ ਕਿਹਾ, ਉਸ ਦੇ ਉੱਤੇ ਜ਼ਰੂਰ ਨਿਚੋੜ ਕੱਢ ਕੇ ਸ਼ਾਇਦ ਤੁਹਾਡੇ ਲਈ ਵੀ ਕੁਝ ਨਾ ਕੁਝ ਸਾਰਥਕ ਜ਼ਰੂਰ ਹੋਵੇ। ਇਸ ਚਰਚਾ ਨੂੰ ਅਸੀਂ ਇੱਥੇ ਵਿਰਾਮ ਦੇਵਾਂਗੇ। ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਰਿਹਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗਾ, ਹਰ ਰੋਜ਼ ਦੀ ਤਰ੍ਹਾਂ ਦਰਸ਼ਕਾਂ ਦੀ ਰਾਏ ਦਾ ਜ਼ਿਕਰ ਹੋਵੇਗਾ।